शायद ये किते ना किते तुहानूं नहीं लगदा बूटा सिंह जी असीं सब तो वड्डे जिम्मेवार हां अज जिहड़े संसद उत्थे बैठे ये गल्लां करदे ने ਇਹਦਾ मतलब वो सब तो ਵੱਡੇ ਤਾਂ ਜ਼ਿੰਮੇਵਾਰ ਅਸੀਂ ਆ ਫਿਰ ਅਸੀਂ ਰੋਲਾ ਕਿਉਂ ਪਾਉਂਦੇ ਆ ਕੰਮ ਨਹੀਂ ਹੋਇਆ ਜਦੋਂ ਸੜਕ ਦੀ ਪੋਲਿਟਿਕਸ ਸੰਸਦ ਦੇ ਵਿੱਚ ਖੇਡੀ ਜਾਊਗੀ ਤਾਂ ਉੱਥੇ ਮੁੱਦਿਆਂ ਦੀਆਂ ਗੱਲਾਂ ਘੱਟ ਹੋਣਗੀਆਂ ਪਰ ਬਦਕਿਸਮਤੀ ਆ ਆਪਣੇ ਦੇਸ਼ ਦੀ ਵੀ ਸੰਸਦ ਦੇ ਅੰਦਰ ਵੀ ਪਾਰਟੀ ਪੋਲਿਟਿਕਸ ਖੇਡੀ ਜਾਂਦੀ ਹੈ ਚਾਹੀਦੀ ਤਾਂ ਮੁੱਦਿਆਂ ਦੇ ਇਲੈਕਸ਼ਨ ਲੜੀ ਹੋਣੀ ਚਾਹੀਦੀ ਆ ਪਰ ਬਿਲਕੁਲ ਮੁੱਦਿਆਂ ਦੇ ਇਲੈਕਸ਼ਨ ਤਾਂ ਸੁਰਿੰਦਰ ਜੀ ਤਾਂ ਲੜੀ ਜਾਵੇ ਜੇ ਅਸੀਂ ਪਿਛਲੀ ਹਿਸਟਰੀ ਤੋਂ ਕੋਈ ਸਬਕ ਲਈਏ नो डाउट ਇਹੋ ਜਿਹੇ ਕੁਝ ਜ਼ਖਮ ਆ ਜਿਹੜੇ ਭਰਨ ਵਾਲੇ ਹੈ ਨਹੀਂਗੇ ਨਾ ਕਿ ਅਸੀਂ ਉਸ ਜ਼ਖਮਾਂ ਨੂੰ ਦੁਬਾਰਾ ਖਰੀਦੀਏ ਅਗਰ ਉਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਫਿਰ ਜਨਤਾ ਉਹਨਾਂ ਨੂੰ ਨਕਾਰਦੀ ਕਿਉਂ ਸਿਆਸਤਦਾਨ ਜਿੱਦਾਂ ਕੋਈ ਐਮਪੀ ਜਿੱਦਾਂ ਜਾਂ ਐਮਐਲਏ ਜਿੱਦਾਂ ਉਹ ਪੁਰਾਣੇ ਤੋਂ ਦੁਖੀ ਹੁੰਦੇ ਨੇ ਉਹਦੇ ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਜਨਤਾ ਨਕਾਰ ਦਿੰਦੀ ਹੈ ਉਹ ਘੱਟ ਤੋਂ ਘੱਟ ਆਸ ਰੱਖਦੀ ਹੈ ਕਿ ਜੋ ਪੁਰਾਣੇ ਕਰ ਗਏ ਆ ਨਵਾਂ ਬੰਦਾ ਨਹੀਂ ਕਰੂਗਾ ਉਹ ਜਿਤਾਉਂਦੇ ਸਿਆਸਤਦਾਨ ਦੇ ਪੈਨ 'ਚ ਜਦੋਂ ਤਾਕਤ ਹੁੰਦੀ ਹੈ ਉਦੋਂ ਸ਼ਾਇਦ ਉਹ ਗੱਲਾਂ ਉਹ ਗੋਲੀਆਂ ਨਹੀਂ ਸ਼ੁਰੂ ਕਰਦਾ ਉਹ ਸ਼ਾਇਦ ਜਨਤਾ ਨੂੰ ਜਨਤਾ ਨਹੀਂ ਸਮਝਦਾ ਇਹ ਸਿਆਸਤਦਾਨ ਹੈ ਕਿਉਂ ਇਹ ਹਰ ਇੱਕ ਸਰਕਾਰ ਐ ਕਰਦੀ ਹੈ ਉਹਨੂੰ ਐ ਸਮਝਿਆ ਜਾਂਦਾ ਵੀ ਇਹ ਨਕਾਰਿਆ ਹੋਇਆ ਸਮਾਪ ਕਰਨਾ ਤੁਸੀਂ ਵੀ ਇਹ ਸ਼ਬਦ ਵਰਤਿਆ ਉਹ ਨਕਾਰਿਆ ਨਹੀਂ ਹੁੰਦਾ ਕਿਤੇ ਨਾ ਕਿਤੇ ਲੋਕੀ ਵੱਧ ਐਕਸਪੈਕਟ ਕਰਦੇ ਆ ਪਬਲਿਕ ਦੇ ਪੈਸਿਆਂ ਦੇ ਉੱਤੇ ਐਟਲੀਸਟ ਇਹ ਬੰਦੇ ਆਉਂਦੇ ਆ ਤੇ ਬਾਅਦ ਦੇ ਵਿੱਚ ਆਪਦੀ ਡਿਊਟੀ ਟੈਂਡਰ ਕਰਦੇ ਆ ਅਮਿਤ ਸ਼ਾਹ ਜੀ ਨੇ ਕਿਹਾ ਵੀ ਆਉਣ ਵਾਲੇ ਨੈਕਸਟ ਟਨਿਓਰ ਦੇ ਵਿੱਚ ਅਸੀਂ ਦੇਸ਼ ਨੂੰ ਦੂਜੇ ਜਾਂ ਤੀਜੀ ਪੋਜੀਸ਼ਨ ਤੇ ਦੁਨੀਆ ਦੀ ਤੇ ਲੈ ਜਾਵਾਂਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਹਿੰਦੂ ਜਾਂ ਮੁਸਲਿਮ ਵਾਲਾ ਪੱਤਾ ਪੋਲਿਟਿਕਸ ਦੇ ਵਿੱਚ ਖੇਡਣਾ ਛੱਡਣਾ ਪੈਣਾ ਮਨੀਪੁਰ ਤੇ ਨੂੰਹ ਵਾਲੀ ਜਿਹੜੀ ਘਟਨਾ ਹੋਈ ਹੈ ਮੈਂ ਬਾਤ ਵਾਲੀ ਕਿਵੇਂ ਦੇਖਦੇ ਹੋ ਕੀ 2024 ਦੇ ਵਿੱਚ ਇਹਦਾ ਅਸਰ ਹੋਏਗਾ ਇਸ ਘਟਨਾ ਦਾ ਹੋਊਗਾ ਅਸਰ ਕਿਉਂਕਿ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਇੱਕ ਸਮੁਦਾਇ ਦੇ ਇੱਕ ਕਮਿਊਨਿਟੀ ਦੇ ਇੱਕ ਰਿਲੀਜਨ ਦੇ ਲੋਕਾਂ ਨੂੰ ਬੂਸਟ ਕੀਤਾ ਜਾ ਰਿਹਾ ਇਹ ਪੱਤਾ ਇੱਕ ਬਹੁਤ ਹੀ ਖਤਰਨਾਕ ਹਿੰਦੁਸਤਾਨ ਦੇ ਵਿੱਚ ਖਤਰਨਾਕ ਪੱਤਾ ਹੈਗਾ ਵਾ ਜਿਹੜਾ ਕਮਿਊਨਲ ਲਾਈਨ ਡਰਾ ਕਰਦਾ ਵਾ ਉਹੀ 2024 ਦੀਆਂ ਮੈਂ ਸਮਝਦਾ ਤਿਆਰੀਆਂ ਸ਼ੁਰੂ ਹੋ ਗਈਆਂ ਪੰਜਾਬ ਦਾ ਵੋਟਰ ਜਿਵੇਂ ਸਿਆਣਾ ਹੋ ਗਿਆ ਉਵੇਂ ਮੈਨੂੰ ਲੱਗਦਾ ਕਿ ਇਹ ਮੈਸੇਜ ਬਾਕੀ ਵਾਲੇ ਪਾਸੇ ਵੀ ਜਾਊਗਾ ਜੇ ਆਪਾਂ ਵੀ ਨਵਾਂ ਸਿਆਸਤਦਾਨ ਲਿਆਈਏ ਪੋਜ਼ਿਟਿਵ ਰਾਜਨੀਤੀ ਕਰਨ ਵਾਲਾ ਸਿਆਸਤਦਾਨ ਲਿਆਈਏ ਉਹ ਸ਼ਾਇਦ ਮੈਨੂੰ ਲੱਗਦਾ ਕਿ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਦੋਂ ਹੀ ਇਹਨਾਂ ਦੇ ਠੱਲ ਪੈਣੀ ਹੈ ਕੈਂਡੀਡੇਟ ਦੇਖ ਕੇ ਉਹਦੀ ਸੋਚ ਦੇਖ ਕੇ ਉਹਦੇ ਕੰਮਾਂ ਦੇ ਆਧਾਰ ਤੇ ਵੋਟ ਦੇਣੀ ਜਦ ਤੱਕ ਸ਼ੁਰੂ ਨਹੀਂ ਕਰਾਂਗੇ ਮੈਨੂੰ ਲੱਗਦਾ ਬੂਟਾ ਸਿੰਘ ਜੀ ਸ਼ਾਇਦ ਇਹ ਬਦਲਾਵ ਨਹੀਂ ਆਊਗਾ ਵੋਟਰਾਂ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਆ ਜਿੰਨਾ ਚਿਰ ਵੋਟਰ ਆਪਦੇ ਸੰਸਦ ਜਾਂ ਐਮਐਲਏ ਨੂੰ ਸਵਾਲ ਨਹੀਂ ਪੁੱਛਣ ਲੱਗ ਜਾਂਦੇ ਪੰਜਾਬ ਦੇ ਮਸਲੇ ਦੇ ਵਿੱਚ ਅਮਿਤ ਸ਼ਾਹ ਦੇ ਤਾਂ ਮੁਖਾਰ ਬਿੰਦ ਚੋਂ ਇੱਕ ਬਿਆਨ ਆਇਆ ਵੀ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲ ਨੂੰ ਤੇ ਮੈਂ ਹੈਰਾਨ ਆ ਇਹ ਅੱਜ ਲੋੜ ਹੈਗੀ ਪੰਜਾਬੀਆਂ ਨੂੰ ਵੀ ਸਾਨੂੰ ਪੁੱਛਣਾ ਚਾਹੀਦਾ ਸਾਡੇ ਸੰਸਥਾਂ ਨੂੰ 4-5 ਜਾਂ 20-25 ਬੰਦੇ ਇਹਨਾਂ ਨੂੰ ਐਵੇਂ ਬੁੱਕਾਂ ਛਕਾਈ ਜਾਂਦੇ ਰਹਿੰਦੇ ਆ ਕਿਉਂਕਿ ਉਹਦੇ ਨਾਲ ਨੁਕਸਾਨ ਇਹ ਹੁੰਦਾ ਵੀ ਐਮਐਲਏ ਐਮਪੀਜ਼ ਆਪਦੇ ਅਸਲੀ ਕੰਮ ਤੋਂ ਹੀ ਭਟਕੇ ਰਹਿੰਦੇ ਆ ਪਾਰਲੀਮੈਂਟ ਵਿੱਚ 21 ਨਵੇਂ ਤੇ 7 ਪੁਰਾਣੇ ਬਿੱਲ ਪਾਸ ਹੋਏ ਆ ਉਹ ਰੌਲੇ ਰੱਪੇ 'ਚ ਹੀ ਪਾਸ ਹੋ ਗਏ ਪਤਾ ਹੀ ਨਹੀਂ ਅੱਧੇ ਐਮਪੀਆਂ ਨੂੰ ਵੀ ਉੱਥੇ ਕੀ ਹੋਇਆ ਕੀ ਨਹੀਂ ਹੈ ਤੇ ਪਬਲਿਕ ਟੈਕਸ ਪੇਅਰ ਦੀ ਮਨੀ ਤੇ ਉਹ ਜਿਉਂ ਰਹੇ ਨੇ ਉਹਨਾਂ ਦਾ ਸਾਰਾ ਕੁਝ ਚੱਲ ਰਿਹਾ ਤੇ ਉਵੇਂ ਹੀ ਸੁੱਕੇ ਮੂੰਹ ਤੁਰੇ ਪਾਸੇ ਐਨਡੀਏ ਦਾ ਚਿਹਰਾ ਮੋਦੀ ਜੀ ਹੈਗੇ ਨੇ ਉਧਰਲੇ ਪਾਸੇ ਆਈਐਨਡੀਏ ਦਾ ਚਿਹਰਾ ਹਾਲੇ ਕੋਈ ਵੀ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਭਾਜਪਾ ਬੜੀ ਫਰੰਟ ਫੁੱਟ ਤੇ ਖੇਡਦੀ ਹੈ ਮੈਨੂੰ ਲੱਗਦਾ ਜਲਦਬਾਜ਼ੀ ਹੋਊਗੀ 7-8 ਮਹੀਨੇ ਪਏ ਆ ਉਦੋਂ ਤੱਕ ਤਾਂ ਕਈ ਗਰੁੱਪ ਇੱਧਰ ਉੱਧਰ ਹੋਣੇ ਆ ਕਈ ਅਲਾਈਅੰਸ ਟੁੱਟਣੇ ਆ ਕਈ ਬਣਨੇ ਆ ਸਤਿ ਸ੍ਰੀ ਅਕਾਲ ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣਤਾ ਵੇ ਜੀ ਹਾਂ ਸਾਡੀ ਨਜ਼ਰ ਹਾਲੇ ਅੱਜ ਯਾਨੀ ਕਿ ਬੇਭਰੋਸਗੀ ਮਤੇ ਤੇ ਜਿਹੜੀ ਚਰਚਾ ਚੱਲ ਰਹੀ ਹੈ ਲੋਕ ਸਭਾ 'ਚ ਉਸੇ ਤੇ ਰਹੇਗੀ ਰਾਹੁਲ ਗਾਂਧੀ ਬੋਲਦੇ ਨੇ ਸਵੇਰੇ ਫਿਰ ਸਮ੍ਰਿਤੀ ਇਰਾਨੀ ਬੋਲਦੇ ਨੇ ਤੇ ਫਿਰ ਅਮਿਤ ਸ਼ਾਹ ਬੋਲਦੇ ਨੇ ਅਮਿਤ ਸ਼ਾਹ ਬਹੁਤ ਕੁਝ ਕਿਹਾ ਜਾਂਦਾ ਨੇ ਅਮਿਤ ਸ਼ਾਹ ਕਹਿੰਦੇ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਕਾਂਗਰਸ ਦੇ ਰਾਜ ਨੂੰ ਕਰ ਦਿੰਦੇ ਨੇ ਕਿ ਫੈਂਸਿੰਗ ਨਹੀਂ ਹੋਈ ਸੀ ਮਿਆਂਮਾਰ ਤੋਂ ਕੁੱਕੀ ਸਮੁਦਾਇ ਆਇਆ ਇੱਥੇ ਆ ਕੇ ਉਹਨਾਂ ਦੀ ਜਨਸੰਖਿਆ ਵੱਧ ਗਈ ਜਿਸ ਨਾਲ ਮਤਈ ਦੇ ਵਿੱਚ ਉਸ ਸਮੁਦਾਇ ਦੇ ਵਿੱਚ ਇਨਸਿਕਿਉਰਿਟੀ ਹੋ ਗਈ ਉਸ ਤੋਂ ਬਾਅਦ ਮਨੀਪੁਰ ਦੇ ਵਿੱਚ ਇਹ ਸਿਲਸਿਲਾ ਜਾਰੀ ਹੈ ਇਹ ਅੱਜ ਤੋਂ ਨਹੀਂ ਕਹਿੰਦੇ ਪੁਰਾਣਾ ਉਸ ਕਾਫੀ ਦੇਰ ਤੋਂ ਜਾਰੀ ਹੈ ਪਰ ਕਹਿੰਦੇ ਕਿ ਇਹਦਾ ਹੱਲ ਅਸੀਂ ਕੱਢਾਂਗੇ ਇਹਨੂੰ ਜਾਣਨਾ ਪਏਗਾ ਪਹਿਲਾਂ ਸਮਝੋ ਕਿ ਮੁੱਦਾ ਕੀ ਹੈ ਮਨੀਪੁਰ ਦੇ ਵਿੱਚ ਖੈਰ ਇਸੇ ਦਾ ਚਰਚਾ ਕਰਾਂਗੇ ਕਿ ਰਾਹੁਲ ਗਾਂਧੀ ਜੋ ਅੱਜ ਬੋਲੇ ਉਹ ਕਿਵੇਂ ਬੋਲੇ ਤੇ ਰਾਹੁਲ ਗਾਂਧੀ ਦੀ ਅੱਗੇ ਸਿਆਸਤ ਕਿਵੇਂ
ਤੇ ਖਾਸ ਕਰ ਗੱਲ ਕਰਾਂਗੇ ਕੁਇਟ ਇੰਡੀਆ ਦੀ। ਕੀ ਕੁਇਟ ਇੰਡੀਆ ਜਿਹੜਾ ਭਾਜਪਾ ਮਾਂ ਅਭਿਆਨ ਲੈ ਕੇ ਆ ਰਹੀ ਹੈ ਇੰਡੀਆ ਦੇ ਖਿਲਾਫ ਕੀ ਭਾਰੀ ਪਏਗਾ? ਇਸੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਬੂਟਾ ਸਿੰਘ ਬੈਰਾਗੀ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਉੱਥੇ ਆਪਦਾ ਪੱਖ ਰੱਖ ਰਹੇ ਪਾਰਟੀਆਂ, ਕਿਵੇਂ ਦੇਖਦੇ ਹੋ? ਰਾਹੁਲ ਗਾਂਧੀ ਕਿਵੇਂ ਦੇਖਦੇ ਹੋ? ਸਮ੍ਰਿਤੀ ਇਰਾਨੀ ਜਿਸ ਤਰੀਕੇ ਨਾਲ ਉਹਨੇ ਘੇਰੇ 'ਚ ਲਿੱਤਾ ਤੇ ਕਿਵੇਂ ਅਮਿਤ ਸ਼ਾਹ ਜੋ ਅਖੀਰ 'ਚ ਬੋਲੇ ਜੀ। ਬਿਲਕੁਲ, ਅੱਜ ਸੁਰਿੰਦਰ ਜੀ ਕਾਫੀ ਕੁਝ ਉੱਥੋਂ ਐਸ ਜਿਹਾ ਸੁਣਨ ਨੂੰ ਮਿਲਿਆ, ਸ਼ਾਇਦ ਪਹਿਲਾਂ ਕਿਸੇ ਵੀ ਇੰਡੀਅਨ ਨੇ ਨਹੀਂ ਸੁਣਿਆ ਸੀਗਾ, ਜਾਂ ਇਸ ਤਰ੍ਹਾਂ ਨਾਲ ਵਿਸਤਾਰ ਨਾਲ ਆંકੜੇ ਰੱਖੇ ਗਏ, ਜਿਹੜਾ ਕਿ ਮੈਨੂੰ ਲੱਗਦਾ ਇੱਕ ਜ਼ਰੂਰੀ ਵੀ ਸੀਗੇ ਤੇ ਟਾਈਮ ਨਾਲ ਰੱਖੇ ਜਾਣੇ ਚਾਹੀਦੇ ਸੀਗੇ। ਜਿੱਥੋਂ ਤੱਕ ਰਾਹੁਲ ਗਾਂਧੀ ਜੀ ਦਾ ਸਵਾਲ ਆ, ਰਾਹੁਲ ਗਾਂਧੀ ਸਸਪੈਂਸ਼ਨ ਤੋਂ ਬਾਅਦ ਅੱਜ ਪਾਰਲੀਮੈਂਟ ਵਿੱਚ ਆਏ ਤੇ ਉਹਨਾਂ ਨੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਇੰਡੀਆ ਜਿਹੜਾ ਅਲਾਇੰਸ ਹੈਗਾ ਉਹਨਾਂ ਨੂੰ ਪ੍ਰਮੋਟ ਕਰ ਰਿਹਾ ਵਾ ਐਜ਼ ਏ ਪੀਐਮ, ਤੇ ਉਹਨਾਂ ਨੇ ਉਸ ਲਹਿਜੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਾਰਾ ਕੁਝ ਕਵਰ ਕਰ ਲਾਂ, ਤੇ ਜਿੱਥੇ ਉਹਨਾਂ ਦਾ ਮੇਨ ਫੋਕਸ ਜਿਹੜਾ ਸੀਗਾ ਕਾਰਪੋਰੇਟ ਘਰਾਣਿਆਂ ਤੇ ਰਿਹਾ, ਉਧਰ ਉੱਥੇ ਉਹਨਾਂ ਨੇ ਮਣੀਪੁਰ ਦੇ ਵਿਸ਼ੇ ਤੇ ਵੀ ਕਾਫੀ ਚਰਚਾ ਕੀਤੀ ਆ। ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਮੈਂ ਕਿਸ ਤਰ੍ਹਾਂ ਦੇ ਨਾਲ 130 ਦਿਨ ਲੰਮੀ ਯਾਤਰਾ ਜਿਹੜੀ ਸੀਗੀ ਸਮੁੰਦਰ ਤੋਂ ਲੈ ਕੇ ਵਾਦੀਆਂ ਤੱਕ ਕੀਤੀ ਆ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀਗੀ ਉਸ ਤੇ ਵੀ ਚਾਨਣਾ ਪਾਇਆ। ਤੇ ਨੋ ਡਾਊਟ ਕੁਝ ਸ਼ਬਦ ਉਹੋ ਜਿਹੇ ਸੀਗੇ ਜਿਹਦੇ ਵਿੱਚ ਪਾਰਲੀਮੈਂਟ ਵਿੱਚ ਦੂਜੇ ਟ੍ਰੈਜਰੀ ਬੈਂਚ ਤੇ ਬੈਠੇ ਮੈਂਬਰਾਂ ਨੂੰ ਇਤਰਾਜ਼ ਵੀ ਸੀਗਾ, ਜਿਵੇਂ ਕਿ ਭਾਰਤ ਮਾਂ ਦਾ ਕਤਲ ਹੋ ਗਿਆ ਜਾਂ ਭਾਰਤ ਮਾਂ ਦਾ ਉਹਨੂੰ ਕਤਲ ਕੀਤਾ ਗਿਆ ਮਣੀਪੁਰ ਦੇ ਵਿੱਚ, ਇਹੋ ਜਿਹੇ ਸ਼ਬਦ, ਜਾਂ ਪਤਾ ਨਹੀਂ ਦੂਰਗਾਮੀ ਕੋਈ ਸੋਚ ਦਾ ਨਤੀਜਾ ਸੀਗੇ ਜਾਂ ਇੱਕ ਪਲੈਨਡ ਵੇ ਦੇ ਨਾਲ ਕਹਿ ਗਏ ਸੀਗੇ, ਪਰ ਉਸ ਤੇ ਕਾਫੀ ਹੰਗਾਮਾ ਹੋਇਆ। ਤੇ ਉਸ ਤੋਂ ਬਾਅਦ ਸਮ੍ਰਿਤੀ ਇਰਾਨੀ ਜੀ ਵੀ ਬੋਲੇ। ਸਮ੍ਰਿਤੀ ਇਰਾਨੀ ਜੀ ਇੱਕ ਹਿਸਾਬ ਨਾਲ ਰਾਹੁਲ ਗਾਂਧੀ ਜੀ ਦੇ ਅਟੈਕਿੰਗ ਮੂਡ ਤੇ ਹੀ ਸੀਗੇ, ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਦਾ ਇੱਕ ਜਵਾਬ ਹੀ ਦੇ ਰਹੇ ਸੀਗੇ। ਪਹਿਲਾਂ ਵੀ ਆਪਾਂ ਦੇਖਿਆ ਵੀ ਜਦੋਂ ਡਿਸਕਸ਼ਨਸ ਹੁੰਦੀਆਂ ਰਾਹੁਲ ਤੇ ਤਕਰੀਬਨ ਜਿਹੜਾ ਆਪੋਜ਼ਿਟ ਦੇ ਵਿੱਚ ਸਮ੍ਰਿਤੀ ਇਰਾਨੀ ਜੀ ਬੋਲਦੇ ਨੇ। ਉਹਨਾਂ ਨੇ ਪੁਰਾਣੀਆਂ ਉਦਾਹਰਨਾਂ ਕੋਡ ਕੀਤੀਆਂ, ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਕੀਤੀ ਵੀ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਜਾਂ ਕਨਵਰਸ਼ਨ ਜਾਂ ਮਾਰਨ ਦੀ ਗੱਲ ਕੀਤੀ ਜਾਂਦੀ ਸੀ। ਉਹਨਾਂ ਨੇ ਰਾਜਸਥਾਨ ਦੇ ਵਿੱਚ ਹੋ ਰਹੀ ਜਿਹੜੀ ਵੂਮਨਸ ਦੇ ਅਗੇਂਸਟ ਹੈਗੇ ਕਰੂਅਲਟੀ ਉਹਦੀ ਗੱਲ ਕੀਤੀ। ਵੈਸਟ ਬੰਗਾਲ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹਨਾਂ ਦੀ ਗੱਲ ਕੀਤੀ। ਰਲਾ ਮਿਲਾ ਕੇ ਕਾਫੀ ਕੁਛ ਮੂਹਰੇ ਆਇਆ, ਮੈਨੂੰ ਲੱਗਦਾ ਹਰੇਕ ਨੂੰ ਸੁਣਨਾ ਚਾਹੀਦਾ। ਪਰ ਹਾਂ, ਜਿੱਥੋਂ ਤੱਕ 2024 ਦੀ ਗੱਲ ਹੈਗੀ ਆ, ਮੈਨੂੰ ਲੱਗਦਾ 24 ਤਾਂ ਸੁਰਿੰਦਰ ਜੀ ਹਜੇ ਕਾਫੀ ਦੂਰ ਨੇ। 24 ਦੀ ਇਲੈਕਸ਼ਨ ਨਾ ਤਾਂ ਆંકੜਿਆਂ ਤੇ ਲੜੀ ਜਾਣੀ ਆ, ਨਾ ਫੈਕਟਸ ਤੇ ਲੜੀ ਜਾਣੀ ਆ, ਨਾ ਹੀ ਮੈਂ ਕਹਾਂ ਇਹ ਜਿਹੜੀਆਂ ਵੂਮਨਸ ਦੇ ਅਗੇਂਸਟ ਜਾਂ ਕਿਸੇ ਪਰਟੀਕੂਲਰ ਸਮੁਦਾਇ ਦੇ ਅਗੇਂਸਟ ਇਹੋ ਜਿਹੀਆਂ ਕੋਈ ਘਟਨਾਵਾਂ ਆ ਰਹੀਆਂ ਉਸ ਤੇ ਲੜੀਆਂ ਜਾਣੀਆਂ। ਮੈਨੂੰ ਅੱਜ ਦੀ ਤਰੀਕ ਵਿੱਚ ਇਹ ਲੱਗ ਰਿਹਾ ਵੀ 2024 ਦੀਆਂ ਇਲੈਕਸ਼ਨਸ ਤੱਕ ਪਿਓਰਲੀ ਕ੍ਰਿਮੀਨਲ ਲਾਈਨ ਤੇ ਲੜੀਆਂ ਜਾਣਗੀਆਂ। ਅੱਗੇ ਆਉਣ ਵਾਲਾ ਸਮਾਂ ਦੇਖੂਗਾ ਵੀ ਕੀ ਇਹਦੇ ਵਿੱਚ ਹੋਵੇ। ਬੂਟਾ ਸਿੰਘ ਜੀ, ਬੜੀ ਇਹ ਮੰਦਭਾਗੀ ਗੱਲ ਹੈ ਜਿਹੜੀ ਤੁਸੀਂ ਸਗੋਂ ਜਿੱਧਰ ਇਸ਼ਾਰਾ ਕਰ ਰਹੇ ਹੋ। ਹਾਲਾਂਕਿ ਚੋਣਾਂ ਤਾਂ ਇਸ ਤੇ ਹੋਣੀਆਂ ਚਾਹੀਦੀਆਂ, ਚੋਣਾਂ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਚੋਣਾਂ ਰੋਜ਼ਗਾਰ ਤੇ ਹੋਣੀ ਚਾਹੀਦੀ ਹੈ, ਚੋਣਾਂ ਇਹ ਦੱਸਣਾ ਚਾਹੀਦਾ ਕਿ ਅਸੀਂ ਆਹ 10 ਸਾਲਾਂ ਦੇ ਵਿੱਚ ਆਹ ਕੁਝ ਕੀਤਾ, ਸਾਡੀ ਇਕਨੋਮੀ ਇੱਥੇ ਪਹੁੰਚ ਗਈ, ਅਸੀਂ ਇੰਨੀਆਂ ਤਰੱਕੀਆਂ ਕੀਤੀਆਂ। ਪਰ ਤੁਸੀਂ ਕਹਿੰਦੇ ਹੋ ਚੋਣਾਂ ਇਸ ਤੇ ਨਹੀਂ ਹੋਣਗੀਆਂ, ਤੇ ਹਾਲੇ ਤੱਕ ਵੈਸੇ ਹੋਈਆਂ ਵੀ ਨਹੀਂ। ਸ਼ਾਇਦ ਇਹਦੇ 'ਚ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਬੂਟਾ ਸਿੰਘ ਜੀ ਅਸੀਂ ਸਭ ਤੋਂ ਵੱਡੇ ਜ਼ਿੰਮੇਵਾਰ ਹਾਂ? ਅੱਜ ਜਿਹੜੇ ਸੰਸਦ ਉੱਥੇ ਬੈਠੇ ਇਹ ਗੱਲਾਂ ਕਰਦੇ ਨੇ, ਇਹਦਾ ਮਤਲਬ ਉਹ ਸਭ ਤੋਂ ਵੱਡੇ ਦਾ ਜ਼ਿੰਮੇਵਾਰ ਅਸੀਂ ਆ। ਫਿਰ ਅਸੀਂ ਰੋਲਾ ਕਿਉਂ ਪਾਉਂਦੇ ਆ ਕੰਮ ਨਹੀਂ ਹੋਇਆ? ਬਿਲਕੁਲ, ਮੈਂ ਤੁਹਾਡੇ ਨਾਲ 101% ਇਸ ਗੱਲ ਨੂੰ ਲੈ ਕੇ ਸਹਿਮਤ ਹਾਂ, ਕਿਉਂਕਿ ਜਦੋਂ ਸੜਕ ਦੀ ਪੋਲਿਟਿਕਸ ਸੰਸਦ ਦੇ ਵਿੱਚ ਖੇਡੀ ਜਾਊਗੀ ਤਾਂ ਉੱਥੇ ਮੁੱਦਿਆਂ ਦੀਆਂ ਗੱਲਾਂ ਘੱਟ ਹੋਣਗੀਆਂ। ਹਾਲਾਂਕਿ ਚਾਹੀਦਾ ਇਹ ਵੀ ਹੈ, ਕੋਈ ਵੀ ਸੰਸਦ ਜਦੋਂ ਹੈਗਾ ਇਲੈਕਟ ਹੋ ਕੇ ਪਾਰਲੀਮੈਂਟ ਦੀਆਂ ਬਰੂਹਾਂ 'ਚ ਚਲਿਆ ਗਿਆ, ਅੰਦਰ ਬਹਿ ਗਿਆ, ਉਹ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਸੰਸਦ ਹੁੰਦਾ, ਉਹ ਪੂਰੇ ਲੋਕਾਂ ਦਾ ਸੰਸਦ ਹੋ ਜਾਂਦਾ ਵਾ। ਠੀਕ ਹੈ, ਇੱਕ ਡਿਵੀਜ਼ਨ ਡੈਮੋਕ੍ਰੇਸੀ ਦੇ ਵਿੱਚ ਹੈਗੀ ਆ, ਆਪੋਜੀਸ਼ਨ ਬੈਂਚ ਤੇ ਟ੍ਰੈਜਰੀ ਬੈਂਚ, ਤੇ ਇਦੋਂ ਵੀ ਵੱਧ ਕੇ ਜਿਹੜੀ ਕੈਬਨਿਟ ਹੈਗੀ, ਐਗਜ਼ੈਕਟਿਵ ਹੈਗੀ ਆ, ਪੀਐਮ ਹੈਗਾ, ਉਹਦੇ ਤੱਕ ਵਾਕਿਆ ਹੀ ਜਦੋਂ ਸੰਸਦ ਦੀ ਦਿਲਹੀਜ ਟੱਪ ਗਿਆ ਉਹਦੇ ਵਿੱਚ ਤਾਂ ਵਾਕਿਆ ਹੀ ਕੋਈ ਪਾਰਟੀ ਦੀ ਝਲਕ ਨਹੀਂ ਪੈਣੀ ਚਾਹੀਦੀ। ਪਰ ਬਦਕਿਸਮਤੀ ਆ ਆਪਣੇ ਦੇਸ਼ ਦੀ ਵੀ ਸੰਸਦ ਦੇ ਅੰਦਰ ਵੀ ਪਾਰਟੀ ਪੋਲਿਟਿਕਸ ਖੇਡੀ ਜਾਂਦੀ ਹੈ ਤੇ ਇੱਕ ਦੂਜੇ ਨੂੰ ਇਸ ਤਰ੍ਹਾਂ ਨਾਲ ਮਿਹਣੇ ਮਾਰੀ ਜਾਂਦੇ ਆ ਵੀ ਤੁਹਾਡੇ ਪੀਐਮ ਨੇ ਪਹਿਲਾਂ। ਮੈਂ ਹੈਰਾਨ ਆ ਵੀ ਜਦੋਂ ਇਹੋ ਜਿਹੇ ਸ਼ਬਦ ਵਰਤਦੇ ਆ, ਹਾਲਾਂਕਿ ਉਹ ਵੀ ਹਿੰਦੁਸਤਾਨ ਦੇ ਪੀਐਮ ਸੀਗੇ, ਉਹਨਾਂ ਨੇ ਆਪਦੇ ਟੈਨਿਊਰ ਵਿੱਚ ਚੰਗਾ ਕੀਤਾ ਉਹੋ ਜਿਹੇ ਹਾਲਾਤ ਮਰਿਆਦਾਵਾਂ ਦੇ ਹਿਸਾਬ ਨਾਲ। ਹੁਣ ਨਰਿੰਦਰ ਮੋਦੀ ਜੀ ਪੀਐਮ ਨੇ, ਇਹ ਵੀ ਕੱਲ ਨੂੰ ਐਕਸ ਹੋਣਗੇ ਤੇ ਇਹ ਵੀ ਚੰਗਾ ਕਰ ਰਹੇ ਨੇ ਅਕੋਰਡਿੰਗ ਟੂ ਸਿਚੁਏਸ਼ਨਸ।
ਤੇ ਇਹ ਬਦਕਿਸਮਤੀ ਹੈਗੀ ਆ। ਹਾਲਾਂਕਿ ਚਾਹੀਦੀ ਤਾਂ ਮੁੱਦਿਆਂ ਦੇ ਇਲੈਕਸ਼ਨ ਲੜੀ ਹੋਣੀ ਚਾਹੀਦੀ ਆ, ਪਰ ਬਿਲਕੁਲ ਮੁੱਦਿਆਂ ਦੇ ਇਲੈਕਸ਼ਨ ਤਾਂ ਸੁਰਿੰਦਰ ਜੀ ਤਾਂ ਲੜੀ ਜਾਵੇ ਜੇ ਅਸੀਂ ਪਿਛਲੀ ਹਿਸਟਰੀ ਤੋਂ ਕੋਈ ਸਬਕ ਲਈਏ। ਪਰ ਜੇ ਅਸੀਂ ਪਿਛਲੀ ਹਿਸਟਰੀ ਦਾ ਮਿਹਣਾ ਮਾਰੀਏ ਤੇ ਉਸ ਰਿਐਲਿਟੀ ਨੂੰ ਸਵੀਕਾਰ ਨਾ ਕਰੀਏ ਤਾਂ ਮੈਨੂੰ ਲੱਗਦਾ ਵਾ ਵੀ ਉਦੋਂ ਮੁੱਦਿਆਂ ਦੀ ਗੱਲ ਪਿੱਛੇ ਜੇ ਹੋ ਜਾਂਦੀ ਆ। ਜਿਵੇਂ ਐਤਕੀ ਸਮ੍ਰਿਤੀ ਇਰਾਨੀ ਨੇ 1990 ਦੇ ਦਹਾਕੇ ਦੀਆਂ ਗੱਲਾਂ ਕੀਤੀਆਂ, 1984 ਦੇ ਗੱਲਾਂ ਦੀਆਂ ਕੀਤੀਆਂ। ਨੋ ਡਾਊਟ ਉਹ ਇਹੋ ਜਿਹੇ ਕੁਝ ਜ਼ਖਮ ਆ ਜਿਹੜੇ ਭਰਨ ਵਾਲੇ ਹੈ ਨਹੀਂਗੇ, ਪਰ ਉਹਨਾਂ ਜ਼ਖਮਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੁੰਦੀ ਆ, ਨਾ ਕਿ ਅਸੀਂ ਉਸ ਜ਼ਖਮਾਂ ਨੂੰ ਦੁਬਾਰਾ ਖਰੀਦੀਏ, ਦੁਬਾਰਾ ਅਸੀਂ ਦੁਹਰਾਈਏ। ਚਾਹੇ ਉਹ ਮਨੀਪੁਰ, ਚਾਹੇ ਵੈਸਟ ਬੰਗਾਲ, ਚਾਹੇ ਕਿਸੇ ਹੋਰ ਸਟੇਟ ਵਿੱਚ ਉਹ ਹੈਪਨਿੰਗਸ ਹੋਵੇ, ਉਹ ਮਾੜੀ ਗੱਲ ਆ। ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੋਲੀਟੀਕਲ ਬੈਂਕਰਪਸੀ ਹੈਗੀ ਆ ਸਾਡੇ ਪੋਲੀਟੀਸ਼ੀਅਨਸ ਦੀ। ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ। ਜੇ ਘਟਨਾ ਮਨੀਪੁਰ ਹੋਈ ਆ ਤਾਂ ਉਹਨੂੰ ਅਸੈਪਟ ਕਰਨਾ ਚਾਹੀਦਾ ਵਾ। ਉੱਥੇ ਕੋਈ ਜੁਆਇੰਟ ਡੈਲੀਗੇਸ਼ਨ ਜਾਂ ਸੁਪਰੀਮ ਕੋਰਟ ਜਿਵੇਂ ਵੀ ਕਹਿ ਰਿਹਾ ਵਾ ਉਹ ਤੇ ਇਹ ਆਹਦ ਕਰਨਾ ਚਾਹੀਦਾ ਵੀ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਘਟਨਾ ਨਾ ਹੋਵੇ, ਅਸੀਂ ਉਸ ਤੇ ਵਿਚਾਰ ਕਰੀਏ, ਨਾ ਕਿ ਅਸੀਂ ਉਹ ਪਿਛਲਾ ਗੇਅਰ ਪਾ ਲਈਏ ਵੀ ਤੁਹਾਡੇ ਵਾਰੀ ਐ ਹੋਇਆ ਸੀ, ਜੇ ਅਸੀਂ ਐ ਕਰਤਾ ਤਾਂ ਫਰਕ ਹੀ ਫਰਕ ਪੈ ਗਿਆ। ਤੁਹਾਡੇ ਵਾਰੀ 30,000 ਮਰ ਗਿਆ ਸੀਗਾ, ਜੇ ਅਸੀਂ 20,000 ਮਾਰਤਾ ਤਾਂ ਕੀ ਫਰਕ ਪੈ ਗਿਆ। ਜਿੰਨਾ ਚਿਰ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਨਹੀਂ ਉੱਠਦੇ, ਮੈਨੂੰ ਲੱਗਦਾ ਉਦੋਂ ਤੱਕ ਆંકੜਿਆਂ ਦਾ ਸਮਝ ਆਉਣਾ ਜਾਂ ਡਿਵੈਲਪਮੈਂਟ ਦੀ ਗੱਲ ਹੋਣੀ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ। ਬਿਲਕੁਲ ਬੁੱਟਾ ਸਿੰਘ ਜੀ, ਪਰ ਇੱਕ ਪਾਸੇ ਤੁਸੀਂ ਦੇਖੋ ਵੀ ਕਿਵੇਂ ਹਾਸੋਹੀਣੀ ਹੁੰਦੀ ਹੈ ਕਿ ਹਾਲਾਂਕਿ ਤਾਂ ਹੀ ਤਾਂ ਵਿਰੋਧੀਆਂ ਵਾਲੇ ਪਾਸੇ ਬੈਠੇ ਨੇ। ਅਗਰ ਉਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਫਿਰ ਜਨਤਾ ਉਹਨਾਂ ਨੂੰ ਨਕਾਰਦੀ ਕਿਉਂ? ਕਿਉਂਕਿ ਜੇ ਤੁਹਾਨੂੰ ਕੋਈ ਵੀ ਸਿਆਸਤਦਾਨ ਜਿੱਦਾਂ ਕੋਈ MP ਜਿੱਦਾਂ ਜਾਂ MLA ਜਿੱਦਾਂ ਉਹ ਪੁਰਾਣੇ ਤੋਂ ਦੁਖੀ ਹੁੰਦੇ ਨੇ, ਉਹਦੇ ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਜਨਤਾ ਨਕਾਰ ਦਿੰਦੀ ਹੈ। ਉਹ ਘੱਟ ਤੋਂ ਘੱਟ ਆਸ ਰੱਖਦੀ ਹੈ ਕਿ ਜੋ ਪੁਰਾਣੇ ਕਰ ਗਏ ਆ ਨਵਾਂ ਬੰਦਾ ਨਹੀਂ ਕਰੂਗਾ, ਉਹ ਜਿਤਾਉਂਦੇ ਨੇ। ਪਰ ਇਹ ਵਾਕਈ ਤੁਹਾਡੀ ਗੱਲ ਵਾਜਬ ਹੈ ਕਿ ਜਦੋਂ ਉਹ ਗਣਾਣਾ ਸ਼ੁਰੂ ਕਰਨਾ, ਜੇ 84 ਵਾਲੇ ਪਾਸੇ ਗੱਲ ਕਰੀਏ ਤਾਂ ਮੈਂ ਵੀ ਅੱਜ ਹੀ ਇਸ ਤੋਂ ਪਹਿਲਾਂ ਸਾਡਾ ਡਿਬੇਟ ਜਿਹੜੀ ਚੱਲ ਰਹੀ ਸੀ ਉਸ ਤੇ ਵੀ ਇਹੀ ਗੱਲ ਕਹੀ ਕਿ ਇੱਕ ਪਾਸੇ ਸਮ੍ਰਿਤੀ ਇਰਾਨੀ ਤਾਂ ਉਹੀ ਹੈ ਜਿਹੜੀ ਸਿਲੰਡਰ ਚੱਕਦੀ ਹੈ, ਕਹਿੰਦੀ 50 ਰੁਪਏ ਰੇਟ ਵੱਧ ਗਿਆ। ਤੇ ਕੀ ਅੱਜ ਸਿਲੰਡਰ ਦਾ ਰੇਟ ਉਹੀ ਹੈ? ਕੀ ਸਿਲੰਡਰ ਦੇ ਰੇਟ ਨਹੀਂ ਵਧੇ? ਤਾਂ ਹੁਣ ਜੇ ਤੁਸੀਂ ਇਹ ਕਹੋ ਕਿ ਉਦੋਂ ਕਿਉਂ ਸਿਆਸਤਦਾਨ ਸਿਆਣਾ ਹੋ ਜਾਂਦਾ ਹੈ ਜਦੋਂ ਵਿਰੋਧੀਆਂ ਵਾਲੇ ਪਾਸੇ ਆਉਂਦਾ ਹੈ, ਤੇ ਕਿਉਂ ਸਿਆਸਤਦਾਨ ਦੇ ਪੈਨ 'ਚ ਜਦੋਂ ਤਾਕਤ ਹੁੰਦੀ ਹੈ ਉਦੋਂ ਸ਼ਾਇਦ ਉਹ ਗੱਲਾਂ, ਉਹ ਗੋਲੀਆਂ ਨਹੀਂ ਸ਼ੁਰੂ ਕਰਦਾ, ਉਹ ਸ਼ਾਇਦ ਜਨਤਾ ਨੂੰ ਜਨਤਾ ਨਹੀਂ ਸਮਝਦਾ। ਇਹ ਸਿਆਸਤਦਾਨ ਹੈ ਕਿਉਂ? ਇਹ ਹਰੇਕ ਸਰਕਾਰ ਐ ਕਰਦੀਆਂ। ਇਸ 'ਚ ਮੈਂ ਕੋਈ ਭਾਜਪਾ ਦੀ ਨਵੀਂ ਨਹੀਂ ਹੈ ਜੀ। ਇਹਦੇ ਵਿੱਚ ਸੁਰਿੰਦਰ ਜੀ ਜਿਹੜੀ ਮੈਂ ਇੱਕ ਸਟੀਕ ਜੀ ਤੇ ਬਰੀਕ ਜੀ ਲਾਈਨ ਦੇਖਦਾ ਇਹ ਆ ਵੀ ਅਸੀਂ ਪੋਲਿਟਿਕਸ ਨੂੰ ਪੈਸ਼ਨ ਨਹੀਂ ਪ੍ਰੋਫੈਸ਼ਨ ਬਣਾ ਕੇ ਆਉਨੇ ਆ। ਹਰੇਕ ਇੱਥੇ ਸੰਸਦ ਜਾਂ ਵਿਧਾਇਕ ਜਿਹੜਾ ਚੋਣ ਲੜਦਾ ਉਹ ਕਹਿੰਦਾ ਵਾ ਮੈਂ ਹੀ ਪਾਵਰਫੁਲ ਹੋਵਾਂ ਤੇ ਮੇਰਾ ਇਹ ਇੱਕ ਇਹੋ ਜਿਹਾ ਪ੍ਰੋਫੈਸ਼ਨ ਬਣ ਜਾਵੇ, ਮੈਨੂੰ ਸਲੂਟ ਵੱਜਣ। ਸੇਵਾ ਭਾਵਨਾ ਦੇ ਨਾਲ ਤਾਂ ਅੱਜ ਦੀ ਤਰੀਕ ਵਿੱਚ ਬਹੁਤ ਥੋੜੇ ਆ ਜਿਹੜੇ ਪੋਲਿਟਿਕਸ ਵਿੱਚ ਆਉਂਦੇ ਆ। ਹਾਲਾਂਕਿ ਆਪਣੇ ਡੈਮੋਕ੍ਰੇਸੀ ਦੀ ਰਚਨਾ ਇਹੋ ਜਿਹੀ ਹੈ, ਇਹਦੇ ਵਿੱਚ ਤੁਸੀਂ ਆਪੋਜੀਸ਼ਨ ਪਾਰਟੀ ਨੂੰ ਵੱਧ ਤਰਜੀਹ ਦੇਣੀ ਚਾਹੀਦੀ ਆ। ਆਪਾਂ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕਰ ਲਈਏ ਤਾਂ ਉਹ ਸਨੂਹੇ ਛੱਡੇ ਜਾਂਦੇ ਸੀਗੇ, ਉਹਨਾਂ ਦੇ ਗੁਪਤਚਰ ਹੁੰਦੇ ਸੀਗੇ, ਜਾ ਕੇ ਪਤਾ ਕਰਦੇ ਹੁੰਦੇ ਸੀਗੇ ਵੀ ਸਾਡੀਆਂ ਨਲਾਇਕੀਆਂ ਕਿੱਥੇ ਆ, ਉਹ ਰਾਜੇ ਦੇ ਕੰਨਾਂ ਤੱਕ ਜਾਣ। ਤੇ ਅੱਜ ਜੇ ਕੋਈ ਆਪੋਜੀਸ਼ਨ ਦੇ ਵਿੱਚ ਨਲਾਇਕੀਆਂ ਦੱਸਦਾ, ਕੋਈ ਵੀ ਪਾਰਟੀ ਹੋਵੇ, ਮੈਂ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ, ਤੇ ਉਹਨੂੰ ਐ ਸਮਝਿਆ ਜਾਂਦਾ ਵੀ ਇਹ ਨਕਾਰਿਆ ਹੋਇਆ। ਸਮਾਪ ਕਰਨਾ ਤੁਸੀਂ ਵੀ ਇਹ ਸ਼ਬਦ ਵਰਤਿਆ, ਉਹ ਨਕਾਰਿਆ ਨਹੀਂ ਹੁੰਦਾ। ਕਿਤੇ ਨਾ ਕਿਤੇ ਲੋਕੀ ਵੱਧ ਐਕਸਪੈਕਟ ਕਰਦੇ ਆ, ਜਾਂ ਪਬਲਿਕ ਵੱਧ ਐਕਸਪੈਕਟ ਕਰਦੀ ਆ ਵੀ ਐਤਕੀ ਅਸੀਂ ਇਹਨੂੰ ਮੌਕਾ ਦੇ ਕੇ ਦੇਖੀਏ, ਇਹ ਇਦੋਂ ਚੰਗਾ ਕਰ ਸਕੂਗਾ। ਕਿਉਂਕਿ ਜਾਂ ਕਿਤੇ ਨਾ ਕਿਤੇ ਇਹ ਹੁੰਦਾ ਵੀ ਇਹਦੇ ਕੋਲੇ ਸ਼ਾਇਦ ਵਧੀਆ ਇਦੋਂ ਹੋਵੇ। ਡੈਮੋਕ੍ਰੇਸੀ ਦੇ ਵਿੱਚ ਪਬਲਿਕ ਦੇ ਪੈਸਿਆਂ ਦੇ ਉੱਤੇ ਐਟਲੀਸਟ ਇਹ ਬੰਦੇ ਆਉਂਦੇ ਆ ਤੇ ਬਾਅਦ ਦੇ ਵਿੱਚ ਆਪਦੀ ਡਿਊਟੀ ਟੈਂਡਰ ਕਰਦੇ ਆ। ਤੇ ਆਪੋਜੀਸ਼ਨ ਦਾ ਵੀ ਓਨਾ ਹੀ ਮਹੱਤਤਾ, ਹਾਲਾਂਕਿ ਇੱਕ ਕਦਮ ਵੱਧ ਮਹੱਤਤਾ ਜਿੰਨਾ ਰੂਲਿੰਗ ਕਲਾਸ ਦਾ ਹੁੰਦਾ ਵਾ। ਤੇ ਗੱਲ ਇਹ ਆ ਵੀ ਅਸੀਂ ਕਹੀਏ ਬਿਲਕੁਲ ਸਹੀ ਗੱਲ ਆ ਤੁਹਾਡੀ ਬਈ ਸਮ੍ਰਿਤੀ ਇਰਾਨੀ ਉਹੀ ਆ ਮਹਿੰਗਾਈ ਦੀ। ਆਪਾਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ, ਇਹ ਮਹਿੰਗਾਈ ਤੋਂ ਧਿਆਨ ਭਟਕਾਉਣ ਲਈ ਹੋਈ ਇੱਕ ਕਮਿਊਨਲ ਲਾਈਨ ਸੂਟ ਕਰਦੀ ਆ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ, ਖਾਸ ਕਰਕੇ ਬਈ ਅਸੀਂ ਜੇ ਉਹਨੂੰ ਟੱਚ ਕਰਾਂਗੇ ਤਾਂ ਉੱਥੇ ਕੋਈ ਮਾਨਵਤਾ ਵਾਲੀ ਤਾਂ ਗੱਲ ਰਹਿ ਨਹੀਂ ਜਾਂਦੀ, ਹਿੰਦੂ ਮੁਸਲਿਮ ਸਿੱਖ ਵਾਲੀ ਗੱਲ ਆ ਜਾਂਦੀ। ਅੱਜ ਫਾਰੂਕ ਅਬਦੁੱਲਾ ਜੀ ਵੀ ਸੰਸਦ ਦੇ ਵਿੱਚ ਬੋਲੇ ਨੇ, ਉਹ ਵੀ ਤੁਸੀਂ ਮੈਂ ਸੁਣ ਕੇ ਹੈਰਾਨ ਹੋ ਰਿਹਾ ਸੀਗਾ ਵੀ ਜਿਹੋ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ। ਸ਼ਾਇਦ ਆਪਣਾ ਵਿਊ ਜਾਂ ਸੁਣਨ ਦਾ ਇੱਕ ਨਜ਼ਰੀਆ ਹੋ ਸਕਦਾ ਵਾ, ਪਰ ਕਿਤੇ ਨਾ ਕਿਤੇ ਅਸੀਂ ਕਮਿਊਨਲ ਲਾਈਨ ਤੇ ਵੰਡੇ ਜਾਂਦੇ ਆ ਐਟ ਦੀ ਐਂਡ ਕਰਕੇ ਪੁਰਾਣੇ ਜ਼ਖਮਾਂ ਨੂੰ। ਹਾਲਾਂਕਿ ਉਹਨਾਂ ਨੂੰ ਭੁੱਲਣਾ ਚਾਹੀਦਾ ਵਾ। ਵਾਕਿਆ ਜੇ ਅਸੀਂ ਐਕਸਪੈਕਟ ਕਰਦੇ ਆ, ਜਿਵੇਂ ਅਮਿਤ ਸ਼ਾਹ ਜੀ ਨੇ ਕਿਹਾ ਵੀ ਆਉਣ ਵਾਲੇ ਨੈਕਸਟ ਟੈਨਿਓਰ ਦੇ ਵਿੱਚ ਅਸੀਂ ਦੇਸ਼ ਨੂੰ ਦੂਜੇ ਜਾਂ ਤੀਜੀ ਪੋਜੀਸ਼ਨ ਤੇ ਦੁਨੀਆ ਦੀ ਤੇ ਲੈ ਜਾਵਾਂਗੇ। ਜੇ ਤਾਂ ਤੁਸੀਂ ਇਨਫਰਾਸਟ੍ਰਕਚਰ ਵਾਈਜ਼ ਦੂਜੇ ਤੀਜੇ ਪੋਜੀਸ਼ਨ ਤੇ ਲੈ ਜਾਓਗੇ, ਮੋਸਟ ਵੈਲਕਮ ਆ। ਪਰ ਜੇ ਤੁਸੀਂ ਹਿਊਮਨ ਇੰਡੈਕਸ ਜਾਂ
ਹਿਊਮਨ ਵੈਲਿਊਜ਼ ਦੀ ਗੱਲ ਕਰਦੇ ਆ ਜਾਂ ਤੁਸੀਂ ਮਾਨਵਤਾ ਦੀ ਉਹਨੂੰ ਅਪਲਿਫਟ ਕਰਨ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਹਿੰਦੂ ਜਾਂ ਮੁਸਲਿਮ ਵਾਲਾ ਪੱਤਾ ਪੋਲਿਟਿਕਸ ਦੇ ਵਿੱਚ ਖੇਡਣਾ ਛੱਡਣਾ ਪੈਣਾ ਵਾ, ਤਾਂ ਹੀ ਇੱਕ ਸਮੁੱਚਾ ਵਿਕਾਸ ਹੋਊਗਾ। ਜਾਂ ਵਾਹਵਾਹੀ ਖੱਟਣ ਦੇ ਨਾਲ ਜਾਂ ਤੁਸੀਂ ਕੁਝ ਕੁ ਮੀਡੀਆ ਚੈਨਲ ਨੂੰ ਆਪਦੇ ਕਲੇਵੇ ਦੇ ਵਿੱਚ ਲੈਣ ਨਾਲ ਵੀ ਉਹ ਤੁਹਾਨੂੰ ਹੀ ਦਿਖਾਈ ਜਾਣ, ਮੈਨੂੰ ਲੱਗਦਾ, ਜਾਂ ਇਸ ਤਰ੍ਹਾਂ ਦੇ ਨਾਲ ਕੋਈ ਵੀ ਡਿਵੈਲਪ ਕੰਟਰੀ ਨਹੀਂ ਬਣ ਸਕਦਾ, ਜਾਂ ਪਾਰਟੀ ਕੋਈ ਡਿਵੈਲਪ ਪਾਰਟੀ ਜਾਂ ਇੱਕ ਚੰਗੀ ਪਾਰਟੀ ਨਹੀਂ ਕਹਾ ਸਕਦੀ ਜਿੰਨਾ ਚਿਰ ਬੇਸਿਕ ਵੈਲਿਊ ਦੀ ਨਾ ਹੋਵੇ। ਇੰਡੀਆ ਦੇ ਵਿੱਚ ਇੱਕ ਕੋਡ ਹੈਗਾ ਜਿਹੜਾ ਅਸੀਂ ਕਿਊਨਲ ਲਾਈਨ ਤੇ ਐਂਡ 'ਚ ਖਿੱਚੇ ਜਾਂਦੇ ਆ। ਇਸ ਨੂੰ ਵੋਟਰਸ ਨੂੰ ਵੀ ਮੈਨੂੰ ਲੱਗਦਾ ਪੋਲੀਟੀਸ਼ੀਅਨ ਨਾਲ ਜ਼ਿਆਦਾ ਸਮਝਣਾ ਚਾਹੀਦਾ ਵੀ ਕਿਸ ਤਰ੍ਹਾਂ ਨਾਲ ਅੱਜ ਤੋਂ ਨਹੀਂ ਦਹਾਕਿਆਂ ਤੋਂ ਆਪਣੇ ਇਮੋਸ਼ਨਸ ਦੇ ਨਾਲੇ ਲੋਕੀ ਖੇਡਦੇ ਆਏ ਰਹੇ, ਤੇ ਬਾਕੀ ਤਾਂ ਸਾਰੇ ਅਸੀਂ ਇੱਕੋ ਹੀ ਪ੍ਰਮਾਤਮਾ ਦੀ ਦੇਣ ਹੈਗੇ। ਕਿਵੇਂ ਦੇਖਦੇ ਹੋ ਬੂਟਾ ਸਿੰਘ ਜੀ, ਮਨੀਪੁਰ ਤੇ ਨੂੰਹ ਵਾਲੀ ਜਿਹੜੀ ਘਟਨਾ ਹੋਈ ਹੈ ਮੇਵਾਤ ਵਾਲੀ, ਕਿਵੇਂ ਦੇਖਦੇ ਹੋ? ਕੀ 2024 ਦੇ ਵਿੱਚ ਇਹਦਾ ਅਸਰ ਹੋਏਗਾ ਭਾਜਪਾ ਦੇ? ਕਿਵੇਂ ਦੇਖਦੇ ਹੋ? ਬਿਲਕੁਲ ਸੁਰਿੰਦਰ ਜੀ, ਮੈਂ ਸੌਰੀ ਟੂ ਸੇ ਇਸ ਘਟਨਾ ਦਾ ਹੋਊਗਾ ਅਸਰ, ਕਿਉਂਕਿ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਇੱਕ ਸਮੁਦਾਇ ਦੇ, ਇੱਕ ਕਮਿਊਨਿਟੀ ਦੇ, ਇੱਕ ਰਿਲੀਜਨ ਦੇ ਲੋਕਾਂ ਨੂੰ ਬੂਸਟ ਕੀਤਾ ਜਾ ਰਿਹਾ ਵਾ। ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਵੀ ਅਸੀਂ ਤੁਹਾਡੇ ਨਾਲ ਹਾਂ, ਬਾਕੀ ਸਾਰਾ ਕੁਝ ਉਹ ਹੋਵੇ। ਤੇ ਇਹ ਪੱਤਾ ਇੱਕ ਬਹੁਤ ਹੀ ਖਤਰਨਾਕ, ਹਿੰਦੁਸਤਾਨ ਦੇ ਵਿੱਚ ਖਤਰਨਾਕ ਪੱਤਾ ਹੈਗਾ ਵਾ ਜਿਹੜਾ ਕਿ ਕਮਿਊਨਲ ਲਾਈਨ ਡਰਾ ਕਰਦਾ ਵਾ। ਤੇ ਇਹ ਕਿਤੇ ਨਾ ਕਿਤੇ ਉਹੀ 2024 ਦੀਆਂ ਮੈਂ ਸਮਝਦਾ ਇਹ ਇੱਕ ਘਟਨਾਵਾਂ ਸ਼ੁਰੂ ਹੋ ਗਈਆਂ, ਤਿਆਰੀਆਂ ਸ਼ੁਰੂ ਹੋ ਗਈਆਂ। ਬਿਲਕੁਲ, ਮੈਨੂੰ ਲੱਗਦਾ ਕਿ ਪਰ ਵੋਟਰ ਸ਼ਾਇਦ ਹੁਣ ਸਿਆਣਾ ਹੋ ਗਿਆ, ਥੋੜਾ ਬਹੁਤਾ ਸਿਆਣਾ ਹੋਇਆ ਬੂਟਾ ਸਿੰਘ ਜੀ। ਪੰਜਾਬ ਦਾ ਵੋਟਰ ਜਿਵੇਂ ਸਿਆਣਾ ਹੋ ਗਿਆ, ਉਵੇਂ ਮੈਨੂੰ ਲੱਗਦਾ ਕਿ ਇਹ ਮੈਸੇਜ ਬਾਕੀ ਵਾਲੇ ਪਾਸੇ ਵੀ ਜਾਊਗਾ। ਸ਼ਾਇਦ ਸਿਆਸਤਦਾਨ, ਕਿਉਂਕਿ ਉਹ ਪੁਰਾਣੀ ਉਸੇ ਤਰੀਕੇ ਨਾਲ ਸਿਆਸਤ ਕਰਨਾ ਚਾਹੁੰਦੇ ਆ, ਜੇ ਆਪਾਂ ਵੀ ਨਵਾਂ ਸਿਆਸਤਦਾਨ ਲਿਆਈਏ, ਪੋਜ਼ਿਟਿਵ ਰਾਜਨੀਤੀ ਕਰਨ ਵਾਲਾ ਸਿਆਸਤਦਾਨ ਲਿਆਈਏ, ਉਹ ਸ਼ਾਇਦ ਮੈਨੂੰ ਲੱਗਦਾ ਕਿ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਦੋਂ ਹੀ ਇਹਨਾਂ ਦੇ ਠੱਲ ਪੈਣੀ ਹੈ। ਕਿਉਂਕਿ ਪੁਰਾਣੀ ਰਾਜਨੀਤੀ, ਅਗਲਾ ਕਹਿੰਦਾ ਕਿ ਮੈਂ 2 ਵਾਰ MP ਬਣਿਆ, ਉਹ ਪਿਛਲਾ ਕੈਲਕੂਲੇਸ਼ਨ ਦੇਖਦੇ ਕਹਿੰਦੇ ਕਿਉਂ ਬਣ ਗਿਆ, ਕੀ ਕਾਰਨ ਸੀ ਕਿ ਮੈਂ ਸਿਰਫ ਕਮਿਊਨਲ ਦੀ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਤਾਂ ਮੈਂ 2 ਵਾਰ ਬਣਿਆ, ਤਾਂ ਉਹ ਕੌਨਫੀਡੈਂਟ ਹੁੰਦਾ ਤੀਜੀ ਵਾਰੀ ਵੀ ਉਹੀ ਕਰਦਾ। ਪਰ ਜਦੋਂ ਜਦ ਤੱਕ ਆਪਣੇ ਲੋਕ ਆਪਾਂ ਉਸ ਆਧਾਰ ਤੇ ਵੋਟ ਪਾਣੀ ਬੰਦ ਨਹੀਂ ਕਰਾਂਗੇ, ਆਪਾਂ ਕੈਂਡੀਡੇਟ ਦੇਖ ਕੇ, ਉਹਦੀ ਸੋਚ ਦੇਖ ਕੇ, ਉਹਦੇ ਕੰਮਾਂ ਦੇ ਆਧਾਰ ਤੇ ਵੋਟ ਦੇਣੀ ਜਦ ਤੱਕ ਸ਼ੁਰੂ ਨਹੀਂ ਕਰਾਂਗੇ, ਮੈਨੂੰ ਲੱਗਦਾ ਬੂਟਾ ਸਿੰਘ ਜੀ ਸ਼ਾਇਦ ਇਹ ਬਦਲਾਵ ਨਹੀਂ ਆਊਗਾ ਜੀ। ਬਿਲਕੁਲ ਸੁਰਿੰਦਰ ਜੀ, ਵੋਟਰਾਂ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਆ। ਮੈਂ ਰਾਹੁਲ ਗਾਂਧੀ ਜਿਹੜੀ ਇੱਕ ਅੱਜ ਲਾਈਨ ਜਾਂ ਇੱਕ ਡਰਾਪ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਕਿਤੇ ਨਾ ਕਿਤੇ ਇਸ ਕਮਿਊਨਲ ਲਾਈਨ ਤੋਂ ਹਟ ਕੇ ਇੱਕ ਨਵੀਂ ਪਿਕਚਰ ਦਿਖਾਉਣ ਦੀ ਗੱਲ ਕਰ ਰਿਹਾ ਹਿੰਦੁਸਤਾਨ ਨੂੰ। ਹੁਣ ਹਿੰਦੁਸਤਾਨ ਕਿੰਨੀ ਕੁ ਦੇਖਦਾ, ਉਹਨੂੰ ਕਿੰਨਾ ਕੁ ਇੰਡੋਰਸ ਕਰਦਾ, ਨਹੀਂ ਕਰਦਾ, ਇਹ ਅੱਗੇ ਆਉਣ ਵਾਲੀਆਂ 2024 ਦੀਆਂ ਵੋਟਾਂ ਦੇ ਪਰ ਹੋਊਗਾ। ਪਰ ਮੈਂ ਇਦੋਂ ਵੀ ਵੱਧ ਕੇ ਇੱਕ ਗੱਲ ਇਹ ਕਹਿਣਾ ਵੀ ਜਿੰਨਾ ਚਿਰ ਵੋਟਰ ਆਪਦੇ ਸੰਸਦ ਜਾਂ MLA ਨੂੰ ਸਵਾਲ ਨਹੀਂ ਪੁੱਛਣ ਲੱਗ ਜਾਂਦੇ ਬਈ ਤੁਹਾਨੂੰ ਜਿਸ ਕੰਮ ਲਈ ਅਸੀਂ, ਹੁਣ ਮੈਂ ਬੜਾ ਫੇਰ ਜਿਹਾ ਤੇ ਹੈਰਾਨ ਹੋ ਰਿਹਾ ਸੀਗਾ, ਹਜੇ ਪੰਜਾਬ, ਸੌਰੀ ਟੂ ਸੇ ਮੈਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦਾ, ਪੰਜਾਬ ਦੇ ਮਸਲੇ ਦੇ ਵਿੱਚ ਅਮਿਤ ਸ਼ਾਹ ਦੇ ਤਾਂ ਮੁਖਾਰ ਬਿੰਦ ਚੋਂ ਇੱਕ ਬਿਆਨ ਆਇਆ ਵੀ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲ ਨੂੰ ਲਿਆ ਕੇ ਸ਼ਿਫਟ ਕੀਤਾ, ਉਹਨੇ ਸਪੈਸੀਫਿਕ ਨਾਮ ਲਿਆ ਉਹਦਾ ਬਿਸ਼ਨੋਈ ਦਾ, ਤੇ ਪੰਜਾਬ ਦੇ ਹੋਰ ਸੰਸਦ ਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ ਬੋਲਣ ਦਾ, ਜਾਂ ਉਹਨਾਂ ਨੇ ਆਪਦੇ ਲੀਡਰ ਸਾਹਿਬਾਨ ਨੂੰ ਨਹੀਂ ਕੋਈ ਗੱਲ ਅਪੀਲ ਕੀਤੀ ਵੀ ਇੱਥੇ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮਾੜੀ ਆ, ਅਸੀਂ ਵੀ ਫਲੱਡ ਦੇ ਵਿਕਟਮਸ ਹੈਗੀਆਂ, ਸਾਨੂੰ ਵੀ ਸਪੈਸ਼ਲ ਪੈਕੇਜ ਦੀ ਲੋੜ ਆ, ਸਾਡੇ ਵੀ ਸੁਸਾਈਡਾਂ ਹੋ ਰਹੀਆਂ, ਨਸ਼ਿਆਂ ਦੇ ਨਾਲ ਮਰ ਰਹੇ ਆ। ਤੇ ਮੈਂ ਹੈਰਾਨ ਆ, ਇਹ ਅੱਜ ਲੋੜ ਹੈਗੀ ਪੰਜਾਬੀਆਂ ਨੂੰ ਵੀ ਸਾਨੂੰ ਪੁੱਛਣਾ ਚਾਹੀਦਾ ਸਾਡੇ ਸੰਸਦਾਂ ਤੋਂ, ਜਿਹੜੇ ਅਸੀਂ ਇੱਥੇ ਰਾਜ ਸਭਾ 'ਚ ਵੀ ਭੇਜੇ ਆ ਜਾਂ ਉਹ ਚਲੇ ਗਏ ਆ, ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਪੂਰਾ ਆਪਦਾ ਪੱਖ ਪੂਰਾ ਨਹੀਂ ਕਰ ਰਹੇ, ਉਹ ਵੀ ਹੋਰ ਹੀ ਟਿਊਨ ਤੇ ਤੁਰੇ ਫਿਰਦੇ। ਅੱਜ ਪੰਜਾਬ ਦੇ ਕੀ ਸਾਰੇ ਹਿੰਦੁਸਤਾਨ ਦੇ ਵੋਟਰਾਂ ਨੂੰ ਅਵੇਅਰ ਹੁੰਦੇ ਹੋਏ ਸਵਾਲ ਪੁੱਛਣੇ ਚਾਹੀਦੇ ਆ ਵੀ ਸਾਡੇ ਇਹ ਦੁਖਾਂਤ ਸੀਗੇ। ਇੱਕ ਗੱਲ ਸੁਰਿੰਦਰ ਜੀ, ਮੈਂ ਵੋਟਰਾਂ ਦੀ ਗੱਲ ਕਰਦੇ ਆ, ਪਿਛਲੇ 2-3 ਦਿਨਾਂ ਤੋਂ ਇਹ ਇੱਕ ਵਿਚਾਰ ਚੱਲ ਰਿਹਾ, ਤੇ ਜਿਹੜੀ ਆਪਾਂ ਅਨਨੈਸੈਸਰਲੀ ਫੂਕ ਛਕਾ ਦਿੰਦੇ ਆ ਨਾ MP ਤੇ MLAs ਨੂੰ, ਮੈਨੂੰ ਲੱਗਦਾ ਵੋਟਰਾਂ ਨੂੰ ਇਹ ਆਊਟ ਆਫ ਕੰਟੈਸਟ ਤਾਂ ਹੈ, ਪਰ ਇਹ ਬੰਦ ਕਰਨੀ ਚਾਹੀਦੀ ਆ। ਐਟ ਦੀ ਐਂਡ ਇਹਨਾਂ ਦਾ ਕੋਈ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਨ ਦੇ ਵਿੱਚ ਜਾਂ ਉਵੇਂ ਕੋਈ ਬਾਹਲਾ ਦਖਲ ਅੰਦਾਜ਼ੀ ਨਹੀਂ ਹੁੰਦੀ ਜੇ ਜਿਹੜੇ 4-5 ਜਾਂ 20-25 ਬੰਦੇ ਇਹਨਾਂ ਨੂੰ ਐਵੇਂ ਫੂਕਾਂ ਛਕਾਈ ਜਾਂਦੇ ਰਹਿੰਦੇ ਆ, ਕਿਉਂਕਿ ਉਹਦੇ ਨਾਲ ਨੁਕਸਾਨ ਇਹ ਹੁੰਦਾ ਵੀ MLA MPs ਆਪਦੇ ਅਸਲੀ ਕੰਮ ਤੋਂ ਹੀ ਭਟਕੇ ਰਹਿੰਦੇ ਆ, ਉਹਨਾਂ ਨੂੰ ਪੜ੍ਹਨ ਦਾ ਮੁੱਦਾ ਹੀ ਨਹੀਂ, ਮੌਕਾ ਹੀ ਨਹੀਂ ਮਿਲਦਾ। ਹੁਣ ਵਿਧਾਨ ਸਭਾ ਆਪਣੇ ਪਾਰਲੀਮੈਂਟ ਵਿੱਚ 21 ਨਵੇਂ ਤੇ 7 ਪੁਰਾਣੇ ਬਿੱਲ ਪਾਸ ਹੋਏ ਆ, ਉਹ ਰੌਲੇ ਰੱਪੇ 'ਚ ਹੀ ਪਾਸ ਹੋ ਗਏ। ਇੱਕ ਮਨੀਪੁਰ ਦਾ ਇਸ਼ੂ ਨੂੰ ਲੈ ਕੇ ਸਾਰਾ ਜਿਹੜਾ ਸੀਗਾ ਜਾਮ ਕਰ ਰੱਖਿਆ, ਇਸ਼ੂ ਨਿੰਦਕ ਸੀਗਾ, ਉਹ ਜਿਹੜੀ ਘਟਨਾ ਹੋਈ ਆ ਬਹੁਤ ਨਿੰਦਣੀय ਸੀ, ਉਹ ਤੇ ਚਰਚਾ ਹੋਣੀ ਚਾਹੀਦੀ ਸੀਗੀ, ਪਰ ਦੂਜੇ ਵੀ ਬਿੱਲ ਅਹਿਮ ਸੀਗੇ।
ਕੋਆਪਰੇਟਿਵ ਸੁਸਾਇਟੀ ਬਿੱਲ ਪਾਸ ਹੋਇਆ ਵਾ, ਕਿਸੇ ਨੇ ਤਵੱਜੋ ਨਹੀਂ ਦਿੱਤੀ। ਪੰਜਾਬ ਨੂੰ ਇਫੈਕਟ ਕਰਦਾ ਆਪਣੇ এনवायरमेंट ਨਾਲ ਰਿਲੇਟਡ ਬਿੱਲ ਪਾਸ ਹੋਇਆ, ਫੋਰੈਸਟ ਨੂੰ ਲੈ ਕੇ ਹੋਰ ਅਨੇਕਾਂ ਬਿੱਲ ਪਾਸ ਹੋਏ ਨੇ। ਵੀ ਮੇਰੇ ਕਹਿਣ ਦਾ ਮਤਲਬ ਵੀ ਸਾਨੂੰ ਇਹਨਾਂ ਨੂੰ ਵੋਟਰਾਂ ਨੂੰ ਵੀ ਚਾਹੀਦਾ ਵੀ ਮਜਬੂਰ ਕਰਨ ਆਪਦੇ ਐਮਪੀ ਐਮਐਲਏ ਨੂੰ ਵੀ ਤੁਸੀਂ ਉਸ ਮੈਂਟੈਲਿਟੀ ਨੂੰ ਅਚੀਵ ਕਰੋ ਜਿਹੜੇ ਲਈ ਤੁਹਾਨੂੰ ਚੁਣਿਆ ਗਿਆ ਵਾ। ਤੁਸੀਂ ਉੱਥੇ ਜਾ ਕੇ ਪੱਖ ਰੱਖੋ, ਕੁਝ ਰੱਖੋ। ਹਾਲਾਂਕਿ ਉੱਥੇ ਪਤਾ ਹੀ ਨਹੀਂ ਅੱਧੇ ਐਮਪੀਆਂ ਨੂੰ ਵੀ ਉੱਥੇ ਕੀ ਹੋਇਆ ਕੀ ਨਹੀਂ ਹੈ, ਤੇ ਪਬਲਿਕ ਟੈਕਸ ਪੇਅਰ ਦੀ ਮਨੀ ਤੇ ਉਹ ਜਿਉਂ ਰਹੇ ਨੇ, ਉਹਨਾਂ ਦਾ ਸਾਰਾ ਕੁਝ ਚੱਲ ਰਿਹਾ ਤੇ ਉਵੇਂ ਸੁੱਕੇ ਮੂੰਹ ਮੁੜੇ ਹੋਣਗੇ। ਪਰ ਬੂਟਾ ਸਿੰਘ ਜੀ, ਇੱਕ ਪਾਸੇ ਐਨਡੀਏ ਦਾ ਚਿਹਰਾ ਮੋਦੀ ਜੀ ਹੈਗੇ ਨੇ, ਉਧਰਲੇ ਪਾਸੇ ਆਈਐਨਡੀਏ ਦਾ ਚਿਹਰਾ ਹਾਲੇ ਕੋਈ ਵੀ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਭਾਜਪਾ ਬੜੀ ਫਰੰਟ ਫੁੱਟ ਤੇ ਖੇਡਦੀ ਹੈ ਕਿ ਸਾਡੇ ਕੋਲ ਚਿਹਰਾ, ਤੁਹਾਡਾ ਚਿਹਰਾ ਦਾ ਦੱਸ ਦਿਓ? ਤੇ ਉਹ ਵੀ ਇਹਦੇ ਚ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਭਾਜਪਾ ਕੋਲੇ ਚਿਹਰਾ ਹੈਗਾ, ਪਰ ਇੰਡੀਆ ਅਲਾਈਅੰਸ ਕੋਲੇ ਕਈ ਚਿਹਰੇ ਨੇਗੇ, ਇੱਕ ਤੋਂ ਵੱਧ ਚਿਹਰੇ ਨੇਗੇ। ਤੇ ਆਉਣ ਵਾਲੇ ਸਮੇਂ 'ਚ ਬਾਕੀ ਹਰੇ ਫੋਰਕਾਸਟਿੰਗ ਕਰਨੀ ਇਲੈਕਸ਼ਨਸ ਦੀ ਬੜੀ ਮੈਨੂੰ ਲੱਗਦਾ ਜਲਦਬਾਜ਼ੀ ਹੋਊਗੀ। 7-8 ਮਹੀਨੇ ਪਏ ਆ, ਉਦੋਂ ਤੱਕ ਤਾਂ ਕਈ ਗਰੁੱਪ ਇੱਧਰ ਉੱਧਰ ਹੋਣੇ ਆ, ਕਈ ਅਲਾਈਅੰਸ ਟੁੱਟਣੇ ਆ, ਕਈ ਬਣਨੇ ਆ, ਹਜੇ ਕਾਫੀ ਕੁਝ ਨਿਕਲ ਕੇ ਬਾਹਰ ਆਉਣਾ। ਕਿਉਂਕਿ ਅੱਜ ਦੀ ਰਾਹੁਲ ਗਾਂਧੀ ਦੀ ਸਪੀਚ ਤੇ ਵੀ ਲੈ ਕੇ ਮੈਨੂੰ ਲੱਗਦਾ ਇੰਡੀਆ ਅਲਾਈਅੰਸ ਦੇ ਵਿੱਚ ਪ੍ਰਤੀਕਰਮਾਂ ਸ਼ੁਰੂ ਹੋਣੀਆਂ ਵਾ ਵੀ ਕਿ ਕਾਫੀ ਕੁਝ ਹੋਣਾ। ਤੁਸੀਂ ਬੈਟਰ ਮੇਰੇ ਨਾਲੋਂ ਜਾਣਦੇ ਆ, ਪੋਲਿਟਿਕਸ ਦੇ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਹੁੰਦਾ, ਇਹ ਤਾਂ ਮਿੰਟਾਂ ਸਕਿੰਟਾਂ ਦੇ ਨਾਲ ਖੇਡ ਘੁੰਮਦੀ ਆ। ਅਜੇ ਫੋਰਕਾਸਟਿੰਗ ਕਰਨੀ ਥੋੜੀ ਜੀ ਮੁਸ਼ਕਿਲ ਲੱਗਦੀ ਆ। ਪਰ ਬੂਟਾ ਸਿੰਘ ਜੀ, ਦੇਖਿਆ ਜਾਵੇ ਤਾਂ ਵੋਟਰ ਕੋਲ ਪਹਿਲੇ ਦਿਨੋਂ ਹੀ ਧੋਖਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖੋ ਕਿ ਇੱਕ ਸਿਆਸਤਦਾਨ ਜਦੋਂ ਚੁਣਾਵ ਹੁੰਦੇ ਨੇ, ਚਾਹੇ ਉਹ ਸਿਆਸਤਦਾਨ ਰੈਲੀ ਕਰਦਾ ਹੈ, ਪਰ ਰੈਲੀ ਨਾਮ ਵੱਡਾ ਸਾਰਾ ਪੋਸਟਰ ਲਿਖਾਇਆ ਜਾਂਦਾ ਹੈ, ਫਲਾਣਾ ਸਿੰਗਰ ਆਊਗਾ। ਸੋਚੋ ਕਿ ਪਹਿਲਾਂ ਸਿੰਗਰ ਬੁਲਾਇਆ ਜਾਂਦਾ ਹੈ ਜਾਂ ਕੋਈ ਸੈਲੀਬ੍ਰਿਟੀ ਬੁਲਾਇਆ ਜਾਂਦਾ ਤਾਂ ਕਿ ਲੋਕ ਇਕੱਠੇ ਹੋ ਜਾਣ, ਲੋਕ ਉਹਨੂੰ ਦੇਖਣ ਲਈ। ਗਾਣਾ ਸੁਣਨ ਨਹੀਂ ਆਉਂਦੇ, ਪਰ ਲੋਕਾਂ ਨੂੰ ਉਹ ਗਾਣਾ ਸੁਣਦੇ ਨੇ, ਇਸ ਭੰਬਲ ਭੁੱਸੇ 'ਚ ਆਉਂਦੇ ਨੇ। ਤੇ ਆਖਰਕਾਰ ਪਹਿਲਾਂ ਉਹ ਬਾਅਦ 'ਚ ਗਾਉਂਦਾ, ਉਹਨੂੰ ਲੱਗਦਾ ਕਿ ਮੇਰੀ ਗੱਲ ਵੈਸੇ ਸੁਣਨਗੇ ਨਹੀਂ, ਪਰ ਉਸ ਬਾਅਦ 'ਚ ਹਮੇਸ਼ਾ ਇਹ ਕਿਹਾ ਜਾਂਦਾ ਹੈ, ਦੇਖੋ ਜੀ ਬੱਬੂ ਮਾਨ ਆਇਆ, ਬੱਬੂ ਮਾਨ ਦਾ ਆਪਾਂ ਕਰਾਂਗੇ, ਪਹਿਲਾਂ ਆਹ ਗੱਲਾਂ ਮੈਂ ਕਰਨੀਆਂ ਚਾਹੁੰਦੀਆਂ, ਤੇ ਉਸ ਤੋਂ ਬਾਅਦ ਬੱਬੂ ਮਾਨ ਦੇ ਹਵਾਲੇ ਸਟੇਜ ਕਰ ਦਿੱਤੀ ਜਾਂਦੀ, ਜਾਂ ਕੋਈ ਵੀ ਸਿੰਗਰ। ਇਹ ਪਹਿਲੇ ਦਿਨ ਤੋਂ ਹੀ ਧੋਖਾ ਸ਼ੁਰੂ ਹੋ ਜਾਂਦਾ। ਕਿਸੇ ਦੇ ਨਾਮ ਤੇ ਰੈਲੀ ਕਿਉਂ ਨਹੀਂ ਇਕੱਠੀ ਹੁੰਦੀ? ਸੁਰਿੰਦਰ ਜੀ, ਤੁਸੀਂ ਸਿਆਣੇ ਹੋ, ਮੈਨੂੰ ਲੱਗਦਾ ਤੁਹਾਡੀਆਂ ਕੁਝ ਮਜਬੂਰੀਆਂ ਵੀ ਹੋਣਗੀਆਂ, ਕੋਈ ਅਲਫਾਜ਼ ਤੁਸੀਂ ਨਾਪ ਤੋਲ ਕੇ ਵਰਤਨੇ ਆ। ਮੈਨੂੰ ਲੱਗਦਾ ਮੇਰੇ ਤੇ ਇਹ ਧਾਰਾ ਨਹੀਂ ਲੱਗਦੀ। ਵੋਟਰ ਵੀ ਬਹੁਤ ਗਿਰ ਚੁੱਕਿਆ ਵਾ, ਵੋਟਰ ਵੀ 50 ਰੁਪਏ ਦੀ ਬੋਤਲ ਦੀ ਖਾਤਰ ਆਪਦੇ ਆਪ ਨੂੰ ਵੇਚ ਦਿੰਦਾ ਵਾ, ਵੋਟਰ ਵੀ ਨਸ਼ੇ ਦੇ ਲਾਲਚ, ਭੁੱਕੀ ਦੇ ਲਾਲਚ ਦੇ ਵਿੱਚ ਆ ਕੇ ਆਪਦੇ ਆਪ ਨੂੰ ਵੇਚ ਦਿੰਦਾ ਵਾ। ਜਿੰਨਾ ਚਿਰ ਅਸੀਂ ਆਪਦੇ ਕਰੈਕਟਰ ਨੂੰ ਵੋਟਰ ਅਪਲਿਫਟ ਨਹੀਂ ਕਰੂਗਾ, ਉਹਨਾਂ ਚਿਰ ਐਕਸਪੈਕਟ ਕਰਨਾ ਕਿ ਸਾਡੇ ਵਿੱਚੋਂ ਹੀ ਨੇਤਾ ਕੋਈ ਚੰਗਾ ਪੈਦਾ ਹੋ ਜਾਏ, ਮੈਨੂੰ ਲੱਗਦਾ ਇੱਕ ਦੂਰ ਦੀ ਕੋੜੀ ਹੋਊਗੀ। ਹਾਲਾਂਕਿ ਇਹ ਇੱਕ ਲੰਮੀ ਡਿਬੇਟ ਹੈਗੀ ਆ। ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਵਾ ਵੀ ਤੁਸੀਂ ਜਿੱਥੇ ਇੱਕ ਸੌਰੀ ਥੋੜਾ ਜਿਹਾ ਆਊਟ ਆਫ ਕੰਟੈਸਟ ਆ, ਪਰ ਐਟ ਦੀ ਐਂਡ ਇਹ ਉਹਦੇ ਨਾਲ ਹੀ ਰਲਦਾ। ਜੇ ਇੱਕ ਪਾਸੇ ਦਾ ਤੁਸੀਂ ਆਰਟੀਕਲ 21A ਦੀ ਗੱਲ ਕਰ ਰਹੇ ਹੋ, ਇੱਕ ਪਾਸੇ ਦਾ ਤੁਸੀਂ ਕੰਪਲਸਰੀ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ, ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਵੀ 2012 ਤੋਂ ਅਸੀਂ ਬੱਚਿਆਂ ਨੂੰ ਮੈਂਡੇਟਰੀ ਐਜੂਕੇਸ਼ਨ ਕਰਤੀ, ਪਰ ਇੱਕ ਪਾਸੇ ਤੁਸੀਂ ਇਹ ਕਰਤਾਉਣ ਤੋਂ ਜੱਕਦੇ ਹੋ ਵੀ ਇਹ ਸਾਲਾਂ ਤੱਕ, ਸ਼ਾਇਦ ਮੈਂ ਸਮਝਾਉਣ ਵਿੱਚ ਸਫਲ ਹੋ ਪਾਵਾਂ, ਵੀ 10 ਸਾਲਾਂ ਨੂੰ ਜਦੋਂ ਵੋਟਰ ਮੈਂਡੇਟਰੀ ਐਜੂਕੇਸ਼ਨ ਲੈ ਲੂਗਾ, ਉਹਨੂੰ ਤਾਂ ਹੀ ਵੋਟ ਪਾਉਣ ਦਾ ਹੱਕ ਹੋਊਗਾ, ਨਹੀਂ ਵੋਟ ਪਾਉਣ ਦਾ ਹੱਕ ਨਹੀਂ ਹੋਊਗਾ। ਅੱਜ ਹਿੰਦੁਸਤਾਨ ਦੀ ਸਿਚੁਏਸ਼ਨ ਹੀ ਇਹੋ ਜਿਹੀ ਆ, ਜਿਹੜਾ ਸਮੁਦਾਇ ਜਾਂ ਜਿਹੜੀ ਬਹੁਤਾਤ ਸਰਕਾਰ ਬਣਾਉਣ ਦੇ ਕਾਬਲ ਆ ਜਾਂ ਸਰਕਾਰ ਚਾਹੁੰਦੀ ਆ, ਉਹ ਕਿਤੇ ਨਾ ਕਿਤੇ ਕਿਊਮਨਲ ਜਾਂ ਧਾਰਮਿਕ ਰੰਗ ਦੇ ਵਿੱਚ ਰੰਗੀ ਜਾਂਦੀ ਆ, ਜਾਂ ਕਿਤੇ ਨਾ ਕਿਤੇ ਨਸ਼ਿਆਂ ਜਾਂ ਝੂਠੇ ਵਾਅਦਿਆਂ ਜਾਂ ਜਿਵੇਂ ਤੁਸੀਂ ਦੱਸਿਆ ਸਿੰਗਰਾਂ ਦੇ ਬੋਲ ਬੁਲਾਰਿਆਂ ਦੇ ਵਿੱਚ ਗੁੰਮਰਾਹ ਹੋ ਕੇ ਰਹਿ ਜਾਂਦੀ ਆ, ਤੇ ਬਾਅਦ ਦੇ ਵਿੱਚ ਹੱਥ ਮਲਦੀ ਆ। ਜੇ ਵਾਕਿਆ ਹੀ ਅਸੀਂ ਇੱਕ ਸੱਚੀ ਤੇ ਸੁੱਚੀ ਡੈਮੋਕ੍ਰੇਸੀ ਚਾਹੁੰਦੇ ਆ, ਤਾਂ ਸਾਨੂੰ ਮੈਨੂੰ ਲੱਗਦਾ ਸਾਡੀ ਵੋਟਰ ਦੀ ਕੁਆਲੀਫਿਕੇਸ਼ਨ ਵੀ ਸਾਨੂੰ ਤੈਅ ਕਰਨੀ ਪਊਗੀ, ਤਾਂ ਹੀ ਅਸੀਂ ਇੱਕ ਕੁਆਲੀਫਿਕੇਸ਼ਨ ਤੈਅ ਕਰਨ ਦੇ ਵੱਲ ਸੋਚ ਸਕਦੇ ਹਾਂ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਲੰਮੀ ਡਿਬੇਟ ਹੈਗੀ ਆ, ਪਰ ਹਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਇਹੀ ਆ ਵੀ ਵੋਟਰ ਆਪਦੇ ਆਪ ਨੂੰ ਨਮਾਇਸ਼ ਤੇ ਲਾਉਂਦਾ ਵਾ। ਜਦੋਂ ਇਲੈਕਸ਼ਨਾਂ ਆਉਂਦੀਆਂ ਵਾ, ਉਹ ਬੋਤਲਾਂ ਤੇ ਵਿਕਦਾ ਵਾ, ਸਾਰੇ ਨਹੀਂ, ਪਰ ਕਿਤੇ ਨਾ ਕਿਤੇ ਜਿਹੜੇ ਵਿਕਦੇ ਆ ਉਹ ਗਵਰਨਮੈਂਟ ਬਣਾਉਣ ਜਾਂ ਤੋੜਨ ਦੇ ਵਿੱਚ ਇੱਕ ਚੰਗੀ ਭੂਮਿਕਾ ਨਿਭਾਉਂਦੇ। ਪਰ ਬੂਟਾ ਸਿੰਘ ਜੀ, ਜਿਸ ਦਾ ਤੁਸੀਂ ਸਾਰੇ ਨਹੀਂ ਜ਼ਿਕਰ ਕੀਤਾ, ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਤਾਦਾਦ ਜ਼ਿਆਦਾ ਹੈ। ਤਾਂ ਹੀ ਤੁਸੀਂ ਦੇਖੋ ਲਖੀਮਪੁਰ ਖੀਰੀ ਦੀ ਘਟਨਾ ਹੁੰਦੀ ਹੈ, ਕਿਸ ਤਰੀਕੇ ਨਾਲ ਉੱਥੇ ਕਿਸਾਨਾਂ ਨੂੰ ਦਰੜਿਆ ਜਾਂਦਾ ਹੈ, ਤਸਵੀਰਾਂ ਸਾਹਮਣੇ ਹੁੰਦੀਆਂ, ਪਰ ਉੱਥੇ ਲਖੀਮਪੁਰ ਖੀਰੀ ਦੇ ਵਿੱਚ ਭਾਜਪਾ ਆਪਦੀਆਂ ਸਾਰੀਆਂ ਸੀਟਾਂ ਜਿੱਤਦੀ ਹੈ। ਬ੍ਰਿਜ ਭੂਸ਼ਣ ਵਾਲੀ ਘਟਨਾ ਹੁੰਦੀ ਹੈ, ਤੁਸੀਂ ਦੇਖੋ ਕਿ ਕਿਸ ਹੱਦ ਤੱਕ ਉਹ ਸਰਕਾਰ ਰਹੀ ਹੋਊਗੀ ਕਿ ਕੋਈ ਮਤਲਬ ਨਹੀਂ। ਮਜਾਲ ਹੈ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏ, ਉਸੇ ਤਰੀਕੇ ਨਾਲ ਉਹ ਆਪਦੀ ਪੋਜੀਸ਼ਨ ਤੇ ਬਣਿਆ ਰਹਿੰਦਾ ਹੈ। ਕਿੰਨੀ ਵੱਡੀ ਰੇਲ ਦੁਰਘਟਨਾ ਹੋ ਜਾਂਦੀ ਹੈ, ਸਦੀ ਦੀ ਸਭ ਤੋਂ ਵੱਡੀ ਰੇਲ ਦੁਰਘਟਨਾ ਹੋ ਜਾਂਦੀ ਹੈ। ਕਿਹੜੇ ਰੇਲ ਮਿਨਿਸਟਰ ਨੇ ਇੱਥੇ ਅਸਤੀਫਾ ਦੇ ਦਿੱਤਾ? ਇੱਕ ਪਾਸੇ ਲਾਲ ਬਹਾਦੁਰ ਸ਼ਾਸਤਰੀ ਸੀਗੇ। ਜਦੋਂ ਇਨਕੁਆਇਰੀ ਘੱਟ ਤੋਂ ਘੱਟ, ਤਾਂ ਇਹਦਾ ਮਤਲਬ
ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਦਿਖਾ ਦਿੱਤਾ ਹੈ। ਇਸ ਇਨਸੀਡੈਂਟਸ ਨੇ ਇਹ ਦਿਖਾ ਦਿੱਤਾ ਹੈ ਕਿ ਅਗਲੇ ਹੁਣ ਵੀ ਇਹ ਕਹੀਏ ਤਾਂ ਪੈਸੇ ਦੀ ਰਾਜਨੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਮਤਲਬ ਜਿਹੜੀ ਪਾਰਟੀ ਕੋਲ ਜਿੰਨੀ ਜ਼ਿਆਦਾ ਅਮੀਰ ਹੈ ਬਸ ਉਹੀ ਰਾਜ ਕਰੇਗੀ। ਤੇ ਫਿਰ ਫਰਕ ਕੀ ਰਹਿ ਗਿਆ? ਆਜ਼ਾਦ ਕਿੱਥੇ ਹੋਏ ਅਸੀਂ ਜੀ? ਅਸੀਂ ਬਿਲਕੁਲ ਆਜ਼ਾਦ ਕਿੱਥੇ ਹੋਏ? ਇੱਕ ਰੈਲੀਵੈਂਟ ਸਵਾਲ ਹੈਗਾ ਵਾ। ਅਸੀਂ ਆਜ਼ਾਦ ਡੈਮੋਕ੍ਰੈਟਿਕ ਵੇ ਦੇ ਨਾਲ ਜੇ ਅਸੀਂ ਕਨਸਟੀਟਿਊਸ਼ਨਲ ਦੀ ਨਜ਼ਰੀਏ ਤੋਂ ਦੇਖੀਏ, ਅਸੀਂ ਇੱਕ ਰਾਜ ਤੋਂ ਨਜਾਕਤ ਪਾ ਕੇ ਦੂਜੇ ਰਾਜ ਨੂੰ ਆਪਾਂ ਇੰਪੋਜ਼ ਕਰਾ ਰਹੇ ਆ। ਪਰ ਕਿਤੇ ਨਾ ਕਿਤੇ ਮੈਂਟੈਲਿਟੀ ਸਾਡੀ ਅੱਜ ਵੀ ਗੁਲਾਮ ਹੈਗੀ ਆ। ਅੱਜ ਵੀ ਅਸੀਂ ਆਜ਼ਾਦਾਨਾ ਢੰਗ ਦੇ ਨਾਲ ਸੋਚ ਨਹੀਂ ਸਕਦੇ। ਸੁਰਿੰਦਰ ਜੀ, ਤੁਸੀਂ ਜਾਣਦੇ ਹੋ, ਪਿੰਡਾਂ ਦਾ ਮਾਹੌਲ ਜਾਣਦੇ ਹੋ। ਹਜੇ ਤੱਕ ਤਾਂ ਅਸੀਂ ਇਹਨਾਂ ਦੇ ਮੂਹਰੇ ਆਓ ਭਗਤ ਕਰਨੋਂ ਹੀ ਨਹੀਂ ਹਟੇ। ਜਿਨ੍ਹਾਂ ਨੂੰ ਅਸੀਂ ਹੀ ਬਣਾਉਨੇ ਆ, ਅਸੀਂ ਹੀ ਕਰਦੇ ਆ, ਤੇ ਉਹਨਾਂ ਦੀਆਂ ਹੀ ਅਸੀਂ ਮੂਰੇ ਤੁਰੇ ਫਿਰਦੇ ਆ। ਅਸੀਂ ਹਜੇ ਆਪਣੇ ਜਿਵੇਂ ਕਹਿੰਦੇ ਹੁੰਦੇ ਆ ਇੰਟੈਲੈਕਟ ਤੌਰ ਤੇ ਆਜ਼ਾਦ ਨਹੀਂ ਹੋਏ। ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਸਰੈਂਡਰ ਕੀਤਾ ਹੋਇਆ ਵਾ। ਇਹ ਸਮੇਂ ਦੀ ਲੋੜ ਹੈਗੀ ਆ। ਪਰ ਜਿੱਥੇ ਮੈਂ ਚਲੋ ਲੱਗਦੀ ਗੱਲ ਦੇ ਨਾਲ ਇਹ ਆ, ਜਿੱਥੇ ਅਸੀਂ ਬ੍ਰੇਨ ਡਰੇਨ ਜਾਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ, ਜਿਵੇਂ ਪੰਜਾਬ ਨੂੰ ਹੀ ਐਪੀਸੈਂਟਰ ਮੰਨ ਕੇ ਚੱਲਾਂ ਵੀ ਸਾਡਾ ਬਹੁਤ ਕੁਝ ਬਾਹਰ ਜਾ ਰਿਹਾ, ਪਰ ਨਾਲ ਹੀ ਸਾਈਮਲਟੇਨੀਅਸਲੀ ਮੈਂ ਇਹ ਸੋਚਦਾ ਸਾਡੇ ਕੋਲੇ ਆ ਵੀ ਬਹੁਤ ਕੁਝ ਰਿਹਾ ਵਾ। ਉਹ ਇਨਫੋਰਮੇਸ਼ਨ ਜਾਂ ਨੌਲੇਜ ਦੇ ਪੱਖ ਤੋਂ ਆ ਰਿਹਾ। ਸਾਡੇ ਨੌਜਵਾਨ ਜਿਹੜੇ ਉੱਤੇ ਪੜ੍ਹ ਰਹੇ ਆ, ਉਹਨਾਂ ਦੇਸ਼ਾਂ ਦਾ ਕਲਚਰ ਦੇਖ ਰਹੇ ਆ, ਦੇਸ਼ ਦੇਖ ਰਹੇ ਆ, ਉਹਨਾਂ ਦੇ ਲੀਡਰਾਂ ਦੇ ਆਚਾਰ ਵਿਹਾਰ ਦੇਖ ਰਹੇ ਆ, ਤੇ ਉਹ ਕਿਤੇ ਨਾ ਕਿਤੇ ਸੋਚਦੇ ਆ ਸਾਡੇ ਦੇਸ਼ਾਂ 'ਚ ਵੀ ਇਹੋ ਜਿਹਾ ਕੁਝ ਹੋਵੇ। ਤੇ ਇਹ ਗੱਲਾਂ ਉਹ ਆਪਦੇ ਪੇਰੈਂਟਸ ਨੂੰ ਕਨਵੇ ਵੀ ਕਰਦੇ ਆ, ਜਿਹਦਾ ਰਿਜ਼ਲਟ ਐਤਕੀ ਆਪਾਂ ਨੂੰ ਦੇਖਣ ਨੂੰ ਮਿਲਿਆ। ਸਕਸੈਸ ਹੋਏ, ਫੇਲ ਹੋਏ, ਇਹ ਆਉਣ ਵਾਲਾ ਸਮਾਂ ਦੇਖੂਗਾ। ਪਰ ਹਾਂ, ਇੱਕ ਪੋਜ਼ਿਟਿਵ ਨੋਟ ਦੇ ਨਾਲ ਹੋਪ ਫॉर ਦਾ ਬੈਸਟ ਡੈਮੋਕ੍ਰੇਸੀ, ਮੈਨੂੰ ਲੱਗਦਾ ਵਾ ਜਿਸ ਤਰ੍ਹਾਂ ਦੇ ਨਾਲ ਹੁਣ ਅਸੀਂ ਮੀਡੀਆ ਏਜ ਦੇ ਵਿੱਚ ਆ ਗਏ, ਸੋਸ਼ਲ ਮੀਡੀਆ ਏਜ ਦੇ ਵਿੱਚ ਆ ਗਏ, ਨਿਖਾਰ ਅਲੀ ਜ਼ਰੂਰ ਆਊਗੀ, ਕਿਉਂਕਿ ਅਸੀਂ ਕਾਫੀ ਸਾਡੇ ਕੋਲ ਇਨਫੋਰਮੇਸ਼ਨ ਇਕੱਠੀ ਹੋ ਰਹੀ ਹੈ। ਬਿਲਕੁਲ ਬੂਟਾ ਸਿੰਘ ਜੀ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਇਹ ਸੀ ਡਾਕਟਰ ਬੂਟਾ ਸਿੰਘ ਬੈਰਾਗੀ ਜੀ, ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਖੈਰ, ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿਆਉਣ ਦਾ ਵਿੱਚ। ਤਦ ਤੱਕ ਤੋਂ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।